बर्दाश्त तो इन्ना क पार है जी कि ना तो साडे कोले बिजली है ना साडे कोले पानी है। पैसे तुसीं फिर भी पे कर पैसे असीं फिर भी पे कर रहे हैं। गमांडा ने इन्हों सर्टिफिकेट दिता है, वो पहले देख तो लेंदे, ग्राउंड फ्लोर पर आके देखते तो असीं कि ये चीज़ां कंप्लीट हो गई कि नहीं हो गई। ਜਿਹੜੇ ਰਿਹਾਇਸ਼ੀ ਲੋਕ ਹੈਗੇ ਆ ਉੱਥੇ ਰਹਿ ਰਹੇ ਆ ਉਹਨਾਂ ਨੂੰ ਕੋਈ ਪ੍ਰੋਬਲਮਸ ਤਾਂ ਨਹੀਂ ਆ ਰਹੀਆਂ, ਲੇਕਿਨ ਉਹਨਾਂ ਨੇ ਇਹ ਚੀਜ਼ਾਂ ਦੇਖੀਆਂ ਹੀ ਨਹੀਂ। ਉਹਨਾਂ ਨੇ ਤਾਂ ਬਸ ਇੱਕ ਆਪਣਾ ਸਰਟੀਫਿਕੇਟ ਲਿਆ ਔਰ ਟੀਡੀ ਦੇ ਹੱਥ ਥਮਾ ਦਿੱਤਾ। ਜਿਹੜੀ ਲੇਡੀਜ਼ ਹੈਗੀਆਂ ਉਹ ਰਾਤ ਵੇਲੇ ਨਿਕਲਦੇ ਹੋਏ ਵੀ ਡਰਦੀਆਂ। ਰਾਤ ਨੂੰ ਇਹਨਾਂ ਦੀ ਬਿਜਲੀ ਚਲੀ ਜਾਂਦੀ ਹੈ, ਇਹਨਾਂ ਕੋਲੇ ਕੋਈ ਡਬਲ ਐਚਟੀ ਲਾਈਨ ਨਹੀਂ ਹੈ। ਇਹਨਾਂ ਦੀ ਸਪਲਾਈ ਸਿਰਫ ਇੱਕ ਸੋਰਸ ਤੋਂ ਦਿੱਤੀ ਗਈ ਹੈ, ਜਦੋਂ ਕਿ ਸਟੈਂਡਰਡਸ ਦੇ ਮੁਤਾਬਕ 2 ਸੋਰਸਿਸ ਤੋਂ ਸਪਲਾਈ ਦਿੱਤੀ ਜਾਣੀ ਚਾਹੀਦੀ। ਇਹਨਾਂ ਦਾ ਸਾਰਾ ਸੀਵਰੇਜ ਸਿਸਟਮ ਜਾਮ ਹੈ। ਉਹ ਸੀਵਰੇਜ ਸਿਸਟਮ ਦੇ ਵਿੱਚ ਕੋਈ ਆਪਰੇਸ਼ਨ ਨਹੀਂ ਹੋ ਰਿਹਾ, ਕੋਈ ਗ੍ਰੈਵਿਟੀ ਫਲੋ ਨਹੀਂ ਹੋ ਰਿਹਾ। ਇਹਨਾਂ ਨੇ ਥਾਵਾਂ ਤੇ ਇੰਜਨ ਰੱਖੇ ਹੋਏ ਨੇ, ਉਹ ਇੰਜਨਾਂ ਤੋਂ ਇੱਕ ਥਾਂ ਤੋਂ ਚੱਕ ਕੇ ਦੂਜੀ ਥਾਂ ਤੇ ਪਾ ਦਿੰਦੇ ਨੇ, ਦੂਜੀ ਥਾਂ ਤੋਂ ਤੀਜੀ ਥਾਂ ਤੇ ਪਾ ਦਿੰਦੇ ਨੇ, ਤੇ ਐਂ ਸੀਵਰ ਦਾ ਪਾਣੀ ਸਾਰੇ ਦਿਨ ਘੁੰਮਦਾ ਰਹਿੰਦਾ ਹੈ। ਨਾ ਪ੍ਰਸ਼ਾਸਨ ਉਹਨਾਂ ਦੀ ਕਮੀਆਂ ਤੇ ਗੌਰ ਕਰ ਰਿਹਾ ਹੈ ਤੇ ਬਿਲਡਰ ਪੈਸੇ ਕਮਾ ਰਿਹਾ ਹੈ। ਇਹ ਰਿਪੋਰਟ ਦੇ ਮੁਤਾਬਕ ਗਮਾਡਾ ਦੇ ਅਥਾਰਟੀ ਦੇ ਅਫਸਰਾਂ ਨੇ ਇਹ ਲਿਖਿਆ ਹੈ ਕਿ ਜੀ ਸਾਰਾ ਸੀਵਰ ਚਾਲੂ ਹੈ, ਵੇਅਰ ਐਜ਼ ਅੱਜ ਦੀ ਡੇਟ ਦੇ ਵਿੱਚ ਵੀ ਉੱਥੇ ਕੋਈ ਸੀਵਰੇਜ ਸਿਸਟਮ ਚਾਲੂ ਨਹੀਂ ਹੈ। ਸਾਡੇ ਕੋਲੇ ਇਹ ਏਰੀਆ ਨਹੀਂ ਹੈ ਕਿਉਂਕਿ ਬਿਲਡਰ ਨੇ ਕੰਪਲੀਸ਼ਨ ਸਰਟੀਫਿਕੇਟ ਨਹੀਂ ਲਿਆ। ਜਦੋਂ ਤੱਕ ਬਿਲਡਰ ਕੰਪਲੀਸ਼ਨ ਸਰਟੀਫਿਕੇਟ ਨਹੀਂ ਲਏਗਾ ਉਦੋਂ ਤੱਕ ਇਹ ਏਰੀਆ ਐਮਸੀ ਦੇ ਵਿੱਚ ਨਹੀਂ ਆਏਗਾ। ਸੀਏ ਗਮਾਡਾ ਨੂੰ ਮਿਲੇ ਅਸੀਂ, ਸੀਏ ਗਮਾਡਾ ਨੇ ਸਾਨੂੰ 4 ਵਾਰੀ ਇਹ ਗੱਲ ਕਹਿਤੀ ਅਸੀਂ ਕਾਰਵਾਈ ਕਰਾਂਗੇ। यानी कार्रवाई करांगे तो गल रहेगी। कार्रवाई करते करते 1-1.5 साल बीत गए। ये मेरा डायरैक्ट चार्ज है गमाडा के ऑफिशियल्स के उपर। उन्होंने जमीनी हकीकत देखे बगैर अखां मीच के दस्तखत किए हुए ने। स्काई न्यूज़ पंजाब देख रहे दर्शकों को सत श्री अकाल। घर एक आम आदमी लिए बहुत ज़रूरी चीज़ है। इस ज़रूरत नूं देख के हर बंदे नाल जुड़ी हुई चीज़ नूं देख के ਕਾਰੋਬਾਰੀ ਇਹਦੇ ਵਿੱਚ ਵੱਡੇ ਵੱਡੇ ਘਪਲੇ ਕਰਦੇ ਨਜ਼ਰ ਆ ਰਹੇ ਨੇ। ਪ੍ਰਤੀ ਦਿਨ ਨਵੇਂ ਤੋਂ ਨਵਾਂ ਘਪਲਾ ਨਵੇਂ ਤੋਂ ਨਵੇਂ ਤਰੀਕੇ ਨਾਲ ਸਾਹਮਣੇ ਆ ਰਿਹਾ, ਜਿਸ ਵਿੱਚ ਸਰਕਾਰ ਤਾਂ ਪ੍ਰਸ਼ਾਸਨ ਜੁੜਿਆ ਨਜ਼ਰ ਆ ਰਿਹਾ। ਵੱਡੇ ਵੱਡੇ ਸਵਾਲ ਖੜੇ ਹੋ ਰਹੇ ਨੇ। ਰਾਜਨੀਤਿਕ ਧਿਰਾਂ ਵੀ ਇਸ 'ਤੇ ਸਵਾਲ ਉਠਾਉਂਦੀਆਂ ਨੇ ਪਰ ਹੱਲ ਕਰਦੀਆਂ ਨਜ਼ਰ ਨਹੀਂ ਆਉਂਦੀਆਂ। ਰਿਹਾਇਸ਼ੀ ਲੰਮੇ ਸਮੇਂ ਤੱਕ ਇਸ ਨੂੰ ਪ੍ਰੈਸ਼ਰ 'ਚ ਝੱਲਦੇ ਨੇ, ਫਿਰ ਉਹ ਬਾਹਰ ਆਉਂਦੇ ਨੇ, ਚਿੱਠੀ ਪੱਤਰ ਕਰਦੇ ਨੇ, ਮਸਲੇ ਫਿਰ ਉੱਥੇ ਦੇ ਉੱਥੇ ਖੜੇ ਰਹਿ ਜਾਂਦੇ ਨੇ। ਅੱਜ ਅਸੀਂ ਗੱਲ ਕਰਾਂਗੇ TDI ਬਿਲਡਰ ਕੰਪਨੀ ਦੀ, ਜਿਹਨੇ TDI ਸਿਟੀ ਬਣਾਈ ਹੋਈ ਹੈ। ਮੋਹਾਲੀ ਦੇ ਵਿੱਚ 8 ਸੈਕਟਰਾਂ ਦੇ ਵਿੱਚ 450 ਏਕੜ ਜ਼ਮੀਨ ਦੇ ਵਿੱਚ ਇਹ ਸਾਰੇ ਬਣਾਏ ਹੋਏ ਨੇ। ਉਹਦੀਆਂ ਮੁਸ਼ਕਲਾਂ ਇਸ ਤਰ੍ਹਾਂ ਦੀਆਂ ਨੇ ਕਿ ਸੁਣਨ ਨੂੰ ਛੋਟੀਆਂ ਲੱਗਦੀਆਂ ਨੇ, ਪਰ ਜਦੋਂ ਅਸੀਂ ਰਿਹਾਇਸ਼ ਦੇ ਵਿੱਚ ਘਰ ਦੇ ਵਿੱਚ ਰਹਿੰਦੇ ਹਾਂ ਬਹੁਤ ਵੱਡੀਆਂ ਬਣ ਜਾਂਦੀਆਂ ਨੇ। ਉਹਨੂੰ ਵਿਚਾਰਨ ਦੀ ਲੋੜ ਹੈ। ਅਸੀਂ ਜਿਹੜਾ ਮਾਮਲਾ ਸਾਡੇ ਸਾਹਮਣੇ ਆਇਆ ਜਿਸ 'ਤੇ ਚਰਚਾ ਕਰਾਂਗੇ ਉਹ 'ਚ ਇੱਕ ਹੈ ਆਕੂਪੇਸ਼ਨ ਸਰਟੀਫਿਕੇਟ ਹੁੰਦਾ ਹੈ, ਜੋ ਗੌਰਮੈਂਟ ਕਿਸੇ ਵੀ ਬਿਲਡਰ ਨੂੰ, ਕਿਸੇ ਵੀ ਕੰਪਨੀ ਨੂੰ ਕੋਈ ਵੀ ਰਿਹਾਇਸ਼ਾਂ ਨੂੰ ਸੇਲ ਕਰਨ ਤੋਂ ਪਹਿਲਾਂ ਮੁੱਢਲੀਆਂ ਜ਼ਰੂਰਤਾਂ ਜਿਹੜੀਆਂ ਪੂਰੀਆਂ ਕਰਦੇ ਦੇਖਣ ਦਾ ਸਰਟੀਫਿਕੇਟ ਦਿੰਦੀਆਂ ਨੇ। ਉਹ ਪੂਰੇ ਹੋਣ ਤੋਂ ਬਾਅਦ ਉਸ ਨੂੰ ਵੇਚਣ ਦੀ, ਸੇਲ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਜਦੋਂ ਕਿ ਬਿਲਡਰ ਜਾਰੀ ਹਦਾਇਤਾਂ ਦੀਆਂ ਵਿਰਲਾਂ ਨੂੰ, ਚੋਰ ਮੂਰੀਆਂ ਨੂੰ ਦੇਖ ਕੇ ਸਿਰਫ ਇੱਕ ਇਹ ਸਰਟੀਫਿਕੇਟ ਲੈ ਲੈਂਦੇ ਨੇ। ਇਸ ਤੋਂ ਬਾਅਦ ਇੱਕ ਸਰਟੀਫਿਕੇਟ ਹੁੰਦਾ ਕੰਪਲੀਸ਼ਨ ਸਰਟੀਫਿਕੇਟ। ਉਹਦੇ ਵਿੱਚ ਗੈਪ ਰੱਖ ਕੇ ਜਿਹੜੀਆਂ ਵਿਰਲਾਂ ਨੂੰ ਬਦਲੇ ਹੋਏ ਰਿਹਾਇਸ਼ਾਂ ਨੂੰ ਪੋਜੈਸ਼ਨ ਦੇ ਕੇ ਉਹਨਾਂ ਤੋਂ ਪੈਸੇ ਹੇਠਦੇ ਰਹਿੰਦੇ ਨੇ, ਜੋ ਰਾਸ਼ੀ ਕਰੋੜਾਂ ਦੇ ਵਿੱਚ ਬਣਦੀ ਹੈ। ਉਹ ਜ਼ਰੂਰਤਾਂ ਪੂਰੀਆਂ ਨਹੀਂ ਹੋਈਆਂ ਹੁੰਦੀਆਂ, ਉਹ ਸਹੂਲਤਾਂ ਪੂਰੀਆਂ ਨਹੀਂ ਹੁੰਦੀਆਂ, ਫਿਰ ਵੀ ਰਿਹਾਇਸ਼ੀਆਂ ਨੂੰ ਉਹਦੇ ਇਵਜ਼ ਦੇ ਵਿੱਚ ਉਹਨਾਂ ਸੇਵਾਵਾਂ ਦੇ ਪ੍ਰਤੀ ਪੈਸੇ ਦੇਣੇ ਪੈਂਦੇ ਨੇ। ਲਗਾਤਾਰ ਇਹ ਕੰਮ ਚੱਲਦਾ ਰਹਿੰਦਾ ਹੈ, ਸਾਲਾਂ ਬੱਧੀ ਬੀਤਦਾ ਰਹਿੰਦਾ ਹੈ। ਇਹੀ ਮੁਸ਼ਕਿਲ ਨੂੰ ਜਾਣਨ ਵਾਸਤੇ ਸਾਡੇ ਨਾਲ ਜੁੜੇ ਨੇ ਰੈਜ਼ੀਡੈਂਟ ਰਾਈਟ ਪ੍ਰੋਟੈਕਸ਼ਨ ਐਂਡ ਵੈਲਫੇਅਰ ਸੁਸਾਇਟੀ ਦੇ ਨੁਮਾਇੰਦੇ ਤੇ ਉੱਥੋਂ ਦੇ ਰਿਹਾਇਸ਼ੀ। ਮੈਂ ਜਿਹੜੇ ਇਸ ਸੁਸਾਇਟੀ ਨੂੰ ਮੁਖੀ ਨੇ ਪਵਨ ਗੁਪਤਾ ਜੀ ਸਾਡੇ ਨਾਲ ਨੇ। ਉੱਥੋਂ ਦੇ ਰਿਹਾਇਸ਼ ਦੇ ਵਿੱਚ ਇੱਕ ਮਹਿਲਾ ਨਾਲ ਜੁੜੀਆਂ ਹੋਈਆਂ ਜਿਹੜੀਆਂ ਮੁਸ਼ਕਿਲਾਂ ਨੇ, ਸਮਝਦੇ ਨੇ, ਉਹਨਾਂ ਨੂੰ ਦੱਸਣ ਵਾਸਤੇ ਸਮੀਕਸ਼ਾ ਸੂਦ ਜੀ ਵੀ ਸਾਡੇ ਨਾਲ ਨੇ। ਦਰਸ਼ਕਾਂ ਵਿੱਚ ਵਕਫਾ ਨਾ ਬਣਦੇ ਹੋਏ ਆਪਾਂ ਸਿੱਧੀ ਪ੍ਰੋਬਲਮਾਂ ਜਾਣਨ ਵਾਸਤੇ ਉਹਨਾਂ ਨਾਲ ਜੁੜਦੇ ਹਾਂ। ਪਵਨ ਗੁਪਤਾ ਜੀ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਭਰਾ ਨਮਸਕਾਰ। ਸਮੀਕਸ਼ਾ ਜੀ, ਤੁਹਾਡਾ ਵੀ ਸਵਾਗਤ ਹੈ। ਮੇਰੇ ਸਾਰੇ ਦਰਸ਼ਕਾਂ ਨੂੰ ਮੈਂ ਆਪਣਾ ਨਮਸਕਾਰ। ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਆਵਾਂਗਾ ਕਿਉਂਕਿ ਘਰ ਭਾਰਤ ਸੰਸਕ੍ਰਿਤੀ ਦੇ ਵਿੱਚ ਔਰਤ ਨਾਲ ਜੁੜਿਆ ਹੋਇਆ ਹੈ। ਤੁਹਾਨੂੰ ਜਿਹੜੀਆਂ ਮੁਸ਼ਕਲਾਂ ਦਾ ਮੈਂ ਵਿਖਿਆਨ ਕੀਤਾ ਹੈ ਉਹਦੇ 'ਚੋਂ ਪਹਿਲਾਂ ਤਾਂ ਮੁਸ਼ਕਲਾਂ ਦੱਸੋ, ਫਿਰ ਉਹ ਮੁਸ਼ਕਲਾਂ ਦੇ ਵਿੱਚ ਕਿਸ ਤਰ੍ਹਾਂ ਤੁਹਾਨੂੰ ਹੈਰਾਸ਼ ਕੀਤਾ ਜਾ ਰਿਹਾ। ਸਰ,
ਸਾਡੇ ਲੇਡੀਜ਼ ਜਿਹੜੀ ਹੈਗੇ ਆ ਜਿਹੜੀਆਂ ਲੇਡੀਜ਼ ਨੂੰ ਪ੍ਰੋਬਲਮਸ ਆਉਂਦੀਆਂ ਉਹਦੇ ਵਿੱਚ ਇਹ ਹੈ ਕਿ ਸਿਕਿਉਰਿਟੀ ਬਿਲਕੁਲ TDI 'ਚ नहीं है। सिक्योरिटी ਦੇ ਜੇ ਬੰਦੇ ਨਾ ਮਾਤਰ ਦੀ ਹੈ, ਜੇ ਬੰਦੇ ਰੱਖੇ ਵੀ ਹੈ ਤਾਂ ਐਸੇ ਬੰਦੇ ਰੱਖੇ ਹੈ ਜਿਹੜੇ ਸਿਕਿਉਰਿਟੀ ਕਰ ਹੀ ਨਹੀਂ ਸਕਦੇ, ਦੌੜ ਨਹੀਂ ਸਕਦੇ, ਕੋਈ ਨਾ ਕੋਈ ਹੈ ਉਹਨਾਂ ਕੋਲ ਮਤਲਬ ਕੋਈ ਡੰਡਾ ਨਹੀਂ ਹੈ, ਕੋਈ ਕੁਝ ਨਹੀਂ ਹੈ ਮਤਲਬ। ਤੇ ਜਿਹੜੀ ਲੇਡੀਜ਼ ਹੈਗੀਆਂ ਉਹ ਰਾਤ ਵੇਲੇ ਨਿਕਲਦੇ ਹੋਏ ਵੀ ਡਰਦੀਆਂ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਅਗਰ ਸਿਕਿਉਰਿਟੀ ਹੋਏਗੀ ਤਾਂ ਜੇ ਅਸੀਂ ਨਿਕਲ ਵੀ ਰਹੇ ਹਾਂ ਤੇ ਘੱਟੋ ਘੱਟ ਵੀ ਸਾਨੂੰ ਪ੍ਰੋਟੈਕਸ਼ਨ ਦੇਣ ਵਾਸਤੇ ਕੋਈ ਸਾਡੀ ਸੁਸਾਇਟੀ ਤਾਂ ਹੈਗੀ ਹੈ ਨਾ, ਸਿਕਿਉਰਿਟੀ ਤਾਂ ਹੈਗੀ ਹੈ ਨਾ। ਲੇਕਿਨ ਸਿਕਿਉਰਿਟੀ ਨਾ ਹੋਣ ਦੇ ਬਾਵਜੂਦ ਲੇਡੀਜ਼ ਜਿਹੜੀਆਂ ਰਾਤ ਵੇਲੇ ਨਹੀਂ ਨਿਕਲਦੀਆਂ। ਦੂਜਾ ਸਾਡਾ ਮੁੱਦਾ ਆਉਂਦਾ ਗਾਰਬੇਜ ਦਾ, ਕਿਉਂਕਿ ਇਹ ਮੇਨ ਮੁੱਦਾ ਜਿਹੜਾ ਉਹ ਲੇਡੀਜ਼ ਦਾ ਹੈਗਾ ਵੀ ਅਸੀਂ ਗਾਰਬੇਜ ਕਿੱਥੇ ਦਈਏ। ਜਿਹੜਾ 2017 ਦੇ ਵਿੱਚ TDI ਨੂੰ ਇਹ ਕਰ ਦੇਣਾ ਚਾਹੀਦਾ ਸੀ ਵੀ ਗਾਰਬੇਜ ਇਕੱਠਾ ਕਰ ਕਿਉਂਕਿ ਰਿਹਾਇਸ਼ੀ ਲੋਕ ਰਹਿਣ ਲੱਗ ਗਏ, ਲੇਕਿਨ ਗਾਰਬੇਜ ਸਾਡਾ ਇਕੱਠਾ ਨਹੀਂ ਕੀਤਾ ਜਾਂਦਾ, ਉਹਦੇ ਕਰਕੇ ਲੇਡੀਜ਼ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਆ ਰਹੀਆਂ। ਹਾਂ ਸਮੀਕਸ਼ਾ ਜੀ, ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਸੀਗੀਆਂ ਐਕੂਪੇਸ਼ਨ ਤੋਂ ਬਾਅਦ, ਯਾਨੀ ਕਿ ਇਹ ਬਿਲਡਰ ਕੰਪਨੀ ਦੀ ਜ਼ਿੰਮੇਵਾਰੀ ਹੈ? ਜੀ ਬਿਲਕੁਲ। ਇਹ ਜ਼ਿੰਮੇਵਾਰੀ ਨੂੰ ਯਕੀਨੀ ਬਣਾਉਣ ਵਾਸਤੇ ਸਰਕਾਰੀ ਵਿਭਾਗ ਗਮਾਡਾ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਇਹਦੇ 'ਚ? ਸਰ ਗਮਾਡਾ ਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਗਮਾਡਾ ਨੇ ਇਹਨਾਂ ਨੂੰ ਸਰਟੀਫਿਕੇਟ ਦਿੱਤਾ ਉਹ ਪਹਿਲੇ ਦੇਖ ਤਾਂ ਲੈਂਦੇ, ਗਰਾਊਂਡ ਫਲੋਰ ਤੇ ਆ ਕੇ ਦੇਖਦੇ ਤਾਂ ਸੀ ਕਿ ਇਹ ਚੀਜ਼ਾਂ ਕੰਪਲੀਟ ਹੋ ਗਈਆਂ ਕਿ ਨਹੀਂ ਹੋ ਗਈਆਂ। ਜਿਹੜੇ ਰਿਹਾਇਸ਼ੀ ਲੋਕ ਹੈਗੇ ਆ ਉੱਥੇ ਰਹਿ ਰਹੇ ਆ ਉਹਨਾਂ ਨੂੰ ਕੋਈ ਪ੍ਰੋਬਲਮਸ ਤਾਂ ਨਹੀਂ ਆ ਰਹੀਆਂ, ਲੇਕਿਨ ਉਹਨਾਂ ਨੇ ਇਹ ਚੀਜ਼ਾਂ ਦੇਖੀਆਂ ਹੀ ਨਹੀਂ। ਉਹਨਾਂ ਨੇ ਤਾਂ ਬਸ ਇੱਕ ਆਪਣਾ ਸਰਟੀਫਿਕੇਟ ਲਿਆ ਔਰ TDI ਦੇ ਹੱਥ ਥਮਾ ਦਿੱਤਾ। TDI ਜਿਹੜਾ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਇੰਨੇ ਪਬਲਿਕ ਰਹਿ ਰਹੀ ਹੈ, ਇੰਨੇ ਲੋਕ ਰਹਿ ਰਹੇ ਆ ਕਿ ਮੈਂ ਅਗਰ ਆਪਣੇ TDI ਨੂੰ ਬਣਾਇਆ, ਆਪਣੇ TDI ਦੇ ਮਤਲਬ ਅੰਦਰ ਅਸੀਂ ਲੋਕਾਂ ਨੂੰ ਰੱਖਿਆ ਹੋਇਆ, ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰੋ, ਕਿਉਂਕਿ ਸਾਡੀ ਜਿਹੜੀ ਬੇਸਿਕ ਨੀਡਸ ਹੈਗੀਆਂ ਉਹ ਸਾਡੀ ਕੰਪਲੀਟ ਨਹੀਂ ਹੈ। ਅਸੀਂ ਇੰਨੇ ਉੱਥੇ ਪਰੇਸ਼ਾਨ ਹੋ ਚੁੱਕੇ ਹਾਂ, ਦੁਖੀ ਹੋ ਚੁੱਕੇ ਹਾਂ। ਬਾਕੀ ਜਿਹੜੀ ਸਹੀ ਮੁੱਦੇ ਹੈਗੇ ਆ ਉਹ ਤੁਹਾਨੂੰ ਗੁਪਤਾ ਜੀ ਦੱਸਣਗੇ ਕਿ ਉੱਥੇ ਕੀ ਪਰੇਸ਼ਾਨੀਆਂ ਸਾਨੂੰ ਹੋ ਰਹੀਆਂ, ਅਸੀਂ ਕੀ ਪਰੇਸ਼ਾਨੀਆਂ ਚੱਲ ਰਹੇ ਹੈਗੇ ਆ। ਚਲੋ, ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਤੁਹਾਡੀ ਵੈਲਫੇਅਰ ਐਸੋਸੀਏਸ਼ਨ ਬਣਾਈ ਹੈ, ਸੁਸਾਇਟੀ ਬਣਾਈ ਗਈ ਹੈ, ਉਸ ਦੇ ਮੁਖੀ ਨੂੰ ਜ਼ਿਆਦਾ ਪਤਾ, ਇਹਨਾਂ ਨੇ ਪੱਤਰਚਾਰ ਕਰਦੇ ਰਹੇ ਹੋਣੇ। ਹਾਂ ਪਵਨ ਗੁਪਤਾ ਜੀ, ਸਮੀਕਸ਼ਾ ਜੀ ਨੇ ਤੁਹਾਡੇ ਵੱਲ ਇਸ਼ਾਰਾ ਕੀਤਾ ਕਿ ਤੁਸੀਂ ਜਿਹੜੇ ਇਹ ਐਕੂਪੇਸ਼ਨ ਸਰਟੀਫਿਕੇਟ ਦੇ ਵਿੱਚ ਕਿਹੜੀਆਂ ਜ਼ਰੂਰਤਾਂ ਹੁੰਦੀਆਂ, ਵੱਡੀਆਂ ਜ਼ਰੂਰਤਾਂ ਜਿਹੜੀਆਂ ਜਿਹਨੂੰ ਯਕੀਨੀ ਬਣਾਉਣ ਵਾਸਤੇ ਸਰਕਾਰ ਦੇ ਡਿਪਾਰਟਮੈਂਟ ਗਮਾਡਾ ਦੀ ਜ਼ਿੰਮੇਵਾਰੀ ਹੁੰਦੀ ਹੈ, ਉਹ ਕਿਹੜੀਆਂ ਨੇ? ਪਹਿਲਾਂ ਦਰਸ਼ਕਾਂ ਨੂੰ ਉਹ ਸਾਂਝੀਆਂ ਕਰੋ, ਫਿਰ ਉਹ 'ਚ ਕਮੀਆਂ ਪੇਸ਼ੀਆਂ ਕੀ ਨੇ ਉਹ ਦੱਸੋ। TDI ਨੇ ਇੱਕ ਮੈਗਾ ਹਾਊਸਿੰਗ ਪ੍ਰੋਜੈਕਟ 2005 ਤੋਂ ਸ਼ੁਰੂ ਕੀਤਾ ਸੀ ਜੀ। 2005 ਤੋਂ ਬਾਅਦ ਇਹਨਾਂ ਨੇ ਡਿਵੈਲਪਮੈਂਟ ਸ਼ੁਰੂ ਕੀਤੀ। ਡਿਵੈਲਪਮੈਂਟ ਸ਼ੁਰੂ ਕਰਨ ਤੋਂ ਬਾਅਦ ਇਹਨਾਂ ਨੇ ਕੱਚੀਆਂ ਪੱਕੀਆਂ ਸੜਕਾਂ ਬਣਾਈਆਂ, ਕੱਚੀਆਂ ਪੱਕੀਆਂ ਵਾਟਰ ਸਪਲਾਈ ਦੀਆਂ ਲਾਈਨਾਂ ਲਾਈਆਂ ਜਿਹੜੀਆਂ ਕਿ ਸਪੈਸੀਫਿਕੇਸ਼ਨਸ ਦੇ ਮੁਤਾਬਕ ਨਹੀਂ ਹਨ। ਫਿਰ ਇਹਨਾਂ ਨੇ 2017 ਦੇ ਵਿੱਚ ਗਮਾਡਾ ਨੂੰ ਅਪਲਾਈ ਕੀਤਾ ਕਿ ਸਾਡੀਆਂ ਫੈਸਿਲਿਟੀਜ਼ ਪੂਰੀਆਂ ਹੋ ਗਈਆਂ ਨੇ ਤੇ ਸਾਨੂੰ ਆਕੂਪੇਸ਼ਨ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ ਦਿੱਤਾ ਜਾਵੇ ਵੀ ਤਾਂ ਜੋ ਸੇਲ ਕਰ ਸਕਣ, ਤਾਂ ਜੋ ਇਹ ਆਪਣੇ ਪਲਾਟ ਨੂੰ ਸੇਲ ਕਰ ਸਕਣ ਜੀ। ਇੱਥੇ ਧਿਆਨਪੂਰਵਕ ਸੋਚਣ ਦੀ ਗੱਲ ਇਹ ਹੈ ਕਿ ਗਮਾਡਾ ਨੇ 16 ਪੁਆਇੰਟ ਡਿਫਾਈਨ ਕੀਤੇ ਹੋਏ ਨੇ ਜਿਹਦੇ ਵਿੱਚ ਕਿ ਮੁੱਢਲੀਆਂ ਸੇਵਾਵਾਂ ਯਕੀਨੀ ਬਣਾਉਣਾ ਗਮਾਡਾ ਦੀ ਡਿਊਟੀ ਹੈ ਜੀ। ਗਮਾਡਾ ਨੂੰ ਗਰਾਊਂਡ ਤੇ ਆ ਕੇ ਉਹ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਕਿ ਇਹ ਸਾਰੀਆਂ ਫੈਸਿਲਿਟੀਜ਼ ਬਿਲਡਰ ਨੇ ਬਣਾਈਆਂ ਨੇ ਜਾਂ ਨਹੀਂ। ਉਹ ਕਿਹੜੀਆਂ ਨੇ ਦੱਸੋ। ਉਹਦੇ ਵਿੱਚ ਮੁੱਢਲੀ ਜ਼ਰੂਰਤ ਹੈ ਪਾਣੀ ਜੀ, ਸੀਵਰੇਜ, STP, ਸਲਜ ਕੰਪੋਸਟਰ, ਬਿਜਲੀ ਜੀ। ਇਹਦੇ ਵਿੱਚੋਂ ਬਿਜਲੀ ਜਿਹੜੀ ਹੈ, ਕਿਉਂਕਿ ਸਭ ਤੋਂ ਇੰਪੋਰਟੈਂਟ ਬਿਜਲੀ ਹੈ, ਰਾਤ ਨੂੰ ਇਹਨਾਂ ਦੀ ਬਿਜਲੀ ਚਲੀ ਜਾਂਦੀ ਹੈ। ਇਹਨਾਂ ਕੋਲੇ ਕੋਈ ਡਬਲ HT ਲਾਈਨ ਨਹੀਂ ਹੈ, ਇਹਨਾਂ ਦੀ ਸਪਲਾਈ ਸਿਰਫ ਇੱਕ ਸੋਰਸ ਤੋਂ ਦਿੱਤੀ ਗਈ ਹੈ, ਜਦੋਂ ਕਿ ਸਟੈਂਡਰਡਸ ਦੇ ਮੁਤਾਬਕ 2 ਸੋਰਸਿਸ ਤੋਂ ਸਪਲਾਈ ਦਿੱਤੀ ਜਾਣੀ ਚਾਹੀਦੀ ਹੈ ਜੀ। ਜੇ ਇੱਕ ਵਾਰੀ ਸਪਲਾਈ ਡਿਸਟਰਬ ਹੋ ਜਾਵੇ, ਫੋਰ ਐਗਜ਼ਾਮਪਲ ਵਾਲਿਆਂ ਨੇ ਇੱਕ ਕੇਬਲ ਲਾਉਣ ਲਈ ਤੋੜ ਦਿੱਤੀ HT ਕੇਬਲ, ਜਿਹਦੇ ਕਰਕੇ ਕਿ 20 ਘੰਟੇ ਸਾਰਾ TDI ਸਿਟੀ ਅੰਧੇਰੇ ਵਿੱਚ ਰਿਹਾ। ਇਸੇ ਤਰ੍ਹਾਂ ਇਹਨਾਂ ਦੀ ਰੋਜ਼ ਰੈਗੂਲਰ ਟ੍ਰਿਪਿੰਗ ਹੁੰਦੀ ਹੈ ਕਿਉਂਕਿ HT ਕੇਬਲ ਸਿਰਫ ਸਿੰਗਲ ਲਾਈਨ ਦੀ ਹੈ ਜੀ। ਸਾਰੇ ਇਹਨਾਂ ਦੇ ਪੈਨਲ ਨੰਗੀਆਂ ਤਾਰਾਂ ਬਾਜ਼ਾਰ 'ਚ ਘੁੰਮਦੀਆਂ ਪਈਆਂ ਨੇ, ਸੜਕਾਂ ਤੇ ਘੁੰਮਦੀਆਂ ਪਈਆਂ ਨੇ। ਇਹਨਾਂ ਦੀਆਂ ਕੇਬਲਾਂ
ਪਾਣੀ ਦੇ ਵਿੱਚ ਤੁਰੀਆਂ ਫਿਰਦੀਆਂ ਨੇ, ਜਿਹਦੇ ਨਾਲ ਕਦੇ ਵੀ ਕੋਈ ਵੀ ਅਚਾਨਕ ਹਾਦਸਾ ਹੋ ਸਕਦਾ ਹੈ, ਜਿਹਦੇ ਵਿੱਚ ਕਿ ਕੋਈ ਵੀ ਆਦਮੀ ਮੌਤ ਦਾ ਸ਼ਿਕਾਰ ਵੀ ਹੋ ਮੈਂ ਸਕਦਾ ਗੁਪਤਾ ਹੈ। ਜੀ ਥੋੜਾ ਤੁਹਾਨੂੰ ਰੋਕਣਾ ਚਾਹਾਂਗਾ, ਇੱਕ ਥੋੜਾ ਦਰਸ਼ਕਾਂ ਨੂੰ ਕਲੀਅਰ ਕਰ ਦਿਓ, ਇਹਨਾਂ ਦੇ 8 ਸੈਕਟਰਾਂ ਦੇ ਵਿੱਚ ਨੇ ਜੀ ਤੇ 450 ਏਕੜ ਜ਼ਮੀਨ ਦੇ ਵਿੱਚ ਰਿਹਾਇਸ਼ਾਂ ਬਣਾਈਆਂ ਹੋਈਆਂ, ਉਹ ਕਿੰਨੀਆਂ ਰਿਹਾਇਸ਼ਾਂ ਨੇ ਥੋੜਾ ਜਿਹਾ ਕਲੀਅਰ ਕਰ ਦਿਓ। ਇਹ ਦੇ ਵਿੱਚ ਜੀ ਬੇਸਿਕਲੀ 2231 ਰਿਹਾਇਸ਼ ਤਾਂ ਹੈਗੀਆਂ ਨੇ 74 ਸੈਕਟਰ, 117 ਸੈਕਟਰ, 118 ਸੈਕਟਰ ਔਰ 116 ਸੈਕਟਰ ਦੇ ਵਿੱਚ, ਯਾਨੀ ਟੋਟਲ 4 ਸੈਕਟਰਾਂ ਦੇ ਵਿੱਚ। 4 ਸੈਕਟਰਾਂ ਦੇ ਵਿੱਚ ਜੀ। ਤੇ ਉਸ ਤੋਂ ਇਲਾਵਾ 118 ਸੈਕਟਰ ਦੇ ਵਿੱਚ 447 ਨੇ, ਜਿਹੜੀਆਂ ਕਿ ਮੈਂ 2231 ਦੇ ਵਿੱਚ ਇਨਕਲੂਡ ਕਰ ਚੁੱਕਿਆ ਹਾਂ ਜੀ। 110 ਔਰ 111 ਦੇ ਵਿੱਚ ਤਕਰੀਬਨ 450 ਫੈਮਿਲੀਜ਼ ਰਹਿ ਰਹੀਆਂ ਨੇ ਜੀ। ਵੀ ਯਾਨੀ ਕਿ 2500 ਦੇ ਕਰੀਬਨ ਪਰਿਵਾਰ ਸਫਰ ਹੋ ਰਹੇ ਨੇ। ਸਫਰ ਹੋ ਰਿਹਾ ਜੀ। ਜੀ। ਉਹ ਸਫਰ ਇਸ ਕਰਕੇ ਹੋ ਰਿਹਾ ਜੀ, ਜਿਵੇਂ ਫੋਰ ਐਗਜ਼ਾਮਪਲ ਜਿਹੜੀ ਵਾਟਰ ਸਪਲਾਈ ਦੀ ਲਾਈਨ ਹੈ, ਜੀ। ਇਹਨਾਂ ਨੇ ਜਿਹੜੇ ਬੋਰ ਕੀਤੇ ਹੋਏ ਨੇ ਸਿਰਫ 4 ਬੋਰ ਕੀਤੇ ਹੋਏ ਨੇ, ਜਦੋਂ ਕਿ ਇਹਨਾਂ ਨੂੰ ਘੱਟੋ ਘੱਟ 8 ਬੋਰ ਸਪੈਸੀਫਿਕੇਸ਼ਨਸ ਦੇ ਹਿਸਾਬ ਨਾਲ ਚਾਹੀਦੇ ਨੇ ਜੀ। ਇਸੇ ਤਰ੍ਹਾਂ ਇਹਨਾਂ ਦਾ ਸਾਰਾ ਸੀਵਰੇਜ ਸਿਸਟਮ ਜਾਮ ਹੈ। ਉਹ ਸੀਵਰੇਜ ਸਿਸਟਮ ਦੇ ਵਿੱਚ ਕੋਈ ਆਪਰੇਸ਼ਨ ਨਹੀਂ ਹੋ ਰਿਹਾ, ਕੋਈ ਗ੍ਰੈਵਿਟੀ ਫਲੋ ਨਹੀਂ ਹੋ ਰਿਹਾ। ਇਹਨਾਂ ਨੇ ਥਾਵਾਂ ਤੇ ਇੰਜਨ ਰੱਖੇ ਹੋਏ ਨੇ, ਉਹ ਇੰਜਨਾਂ ਤੋਂ ਇੱਕ ਥਾਂ ਤੋਂ ਚੱਕ ਕੇ ਦੂਜੀ ਥਾਂ ਤੇ ਪਾ ਦਿੰਦੇ ਨੇ, ਦੂਜੀ ਥਾਂ ਤੋਂ ਤੀਜੀ ਥਾਂ ਤੇ ਪਾ ਦਿੰਦੇ ਨੇ, ਤੇ ਐਂ ਸੀਵਰ ਦਾ ਪਾਣੀ ਸਾਰੇ ਦਿਨ ਘੁੰਮਦਾ ਰਹਿੰਦਾ ਹੈ ਜੀ। ਸੀਵਰ ਨੂੰ ਜਿਹੜਾ ਕਿ ਐਸਟੀਪੀ ਦੇ ਵਿੱਚ ਜਾਣਾ ਚਾਹੀਦਾ ਸੀਗਾ, ਡਿਸਪੋਜ਼ਲ ਬਣਨਾ ਚਾਹੀਦਾ ਸੀ ਪ੍ਰੋਪਰ। ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਗੱਲ ਕਰਦੇ ਹਾਂ। ਹਾਂਜੀ ਜੀ। ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਪਹਿਲਾਂ ਇਹਨਾਂ ਦਾ ਸਾਰਾ ਸੀਵਰ ਕਲੈਕਟ ਇੱਕ ਮੇਨ ਪੰਪਿੰਗ ਸਟੇਸ਼ਨ ਦੇ ਵਿੱਚ ਹੋਣਾ ਚਾਹੀਦਾ ਸੀ ਜੀ। ਉਹ ਮੇਨ ਪੰਪਿੰਗ ਸਟੇਸ਼ਨ ਇਹਨਾਂ ਨੇ ਬਣਾਇਆ ਹੀ ਨਹੀਂ ਹੋਇਆ, ਜਿਹਦੇ ਸਦਕੇ ਸਾਰਾ ਸੀਵਰ ਬੈਕ ਮਾਰਦਾ ਹੈ ਅਤੇ ਸਾਰੇ ਸੀਵਰ ਦੇ ਵਿੱਚ ਸਿਲਟ ਜੰਮ ਚੁੱਕੀ ਹੈ। ਇਹ ਜਦੋਂ ਜਿੱਥੇ ਜ਼ਰੂਰਤ ਪੈਂਦੀ ਹੈ ਉੱਥੇ ਇੱਕ ਸਕਸ਼ਨ ਵਾਲਾ ਟਰੱਕ ਰੱਖਿਆ ਹੋਇਆ, ਟਰੈਕਟਰ ਇਹਨਾਂ ਨੇ ਰੱਖਿਆ ਹੋਇਆ ਹੈ, ਉਹ ਟਰੈਕਟਰ ਨੂੰ ਭੇਜ ਦਿੰਦੇ ਨੇ ਤੇ ਰੈਜ਼ੀਡੈਂਟਸ ਨੂੰ ਸ਼ਾਂਤ ਕਰਵਾ ਹਾਂ ਦਿੰਦੇ ਗੁਪਤਾ ਜੀ, ਮੈਂ ਥੋੜਾ ਕੁਝ ਐਡ ਕਰਾਂਗਾ ਜੀ। ਇੱਕ ਇਹ ਤੋਂ ਪਹਿਲਾਂ ਜਿਹੜਾ ਆਕੂਪੇਸ਼ਨ ਸਰਟੀਫਿਕੇਟ ਤੋਂ ਪਹਿਲਾਂ ਕਮੇਟੀ ਬਣਾਈ ਜਾਂਦੀ ਹੈ। ਹਾਂਜੀ। ਕਮੇਟੀ ਇਹ ਸਾਰਾ ਕੁਝ ਚੈੱਕ ਕਰਦੀ ਹੈ। ਹਾਂਜੀ। ਚੈੱਕ ਕਰਨ ਤੋਂ ਬਾਅਦ ਅਪਰੂਵ ਕਰਦੀ ਹੈ, ਅਪਰੂਵ ਕਰਨ ਤੋਂ ਬਾਅਦ ਸਰਟੀਫਿਕੇਟ ਮਿਲਦਾ ਹੈ। ਜੀ। ਜਿਵੇਂ ਤੁਸੀਂ ਇੱਕ ਅਲੱਗ-ਅਲੱਗ ਸਹੂਲਤਾਂ ਦੀ ਜਾਨੀ ਮੁੱਢਲੀਆਂ ਸਹੂਲਤਾਂ ਜਿਹੜੀਆਂ ਯਕੀਨੀ ਬਣਾਉਣੀਆਂ ਗਮਾਡਾ ਨੇ, ਹਾਂਜੀ, ਉਹਦੇ ਪ੍ਰਤੀ ਥੋੜਾ ਜਿਹਾ ਇੱਕ ਦਰਸ਼ਕਾਂ ਨਾਲ ਕਲੀਅਰ ਕਰੋ ਕਿ ਜਿਵੇਂ ਤੁਸੀਂ ਜਲ ਸਪਲਾਈ ਦੀ ਗੱਲ ਕਰਦੇ ਜੀ, ਇਹਨਾਂ ਦੀਆਂ ਕਮੀਆਂ ਕੀ ਨੇ ਤੇ ਜਾਨੀ ਕਮੇਟੀ ਮੁਤਾਬਕ ਹਦਾਇਤਾਂ ਕੀ ਸਨ, ਜਾਂ ਉਹ ਹਦਾਇਤਾਂ ਕੀ ਨੇ, ਉਸ ਹਦਾਇਤ ਦੇ ਵਿੱਚ ਉਹਨਾਂ ਨੇ ਚੋਰ ਮੋਰੀ ਕੀ ਰੱਖੀ ਹੈ? ਸਭ ਤੋਂ ਵੱਡੀ ਚੋਰ ਮੋਰੀ ਇਹ ਹੈ ਜੀ ਕਿ ਇਹਨਾਂ ਨੇ ਜਦੋਂ ਹਦਾਇਤ ਬਾਈ ਹਦਾਇਤ ਥੋੜਾ ਜਿਹਾ ਹਾਂਜੀ, ਜਦੋਂ ਆਕੂਪੇਸ਼ਨ ਸਰਟੀਫਿਕੇਟ ਲਿਆ ਇਹਨਾਂ ਨੇ ਤਾਂ ਇਹਨਾਂ ਨੇ ਵਾਟਰ ਸਪਲਾਈ ਦਾ ਪਲਾਨ, ਸੀਵਰੇਜ ਦਾ ਪਲਾਨ, ਐਸਟੀਪੀ ਦਾ ਪਲਾਨ, ਇਹ ਸਾਰੇ ਪਲਾਨ ਵੈਬਸਾਈਟ ਦੇ ਉੱਪਰ ਲੋਡ ਕਰਨੇ ਚਾਹੀਦੇ ਨੇ ਜੀ। ਗਮਾਡਾ ਦੀ ਸਾਈਟ ਦੇ ਉੱਪਰ ਹੋਣੇ ਚਾਹੀਦੇ ਨੇ, ਜਿਹੜੇ ਕਿ ਅੱਜ ਵੀ ਮੌਜੂਦ ਨਹੀਂ ਨੇ ਜੀ। ਉਹ ਕਮੀਆਂ ਹੋਣ ਦੇ ਕਾਰਨ ਇਹ ਸਰਟੀਫਿਕੇਟ ਲੈ ਲਿਆ, ਲੇਕਿਨ ਉਹ ਜਿਹੜੇ ਪਲਾਨਸ ਨੇ ਇਹਨਾਂ ਨੇ ਵੈਬਸਾਈਟ ਦੇ ਉੱਪਰ ਅਪਲੋਡ ਨਹੀਂ ਕੀਤੇ ਹੋਏ। ਚਲੋ ਆਪਾਂ ਇੱਕ ਗੱਲ ਕਰੀਏ ਵਾਟਰ ਸਪਲਾਈ ਦੀ, ਜਲ ਸਪਲਾਈ ਦੀ। ਉਹਦੇ ਵਿੱਚ ਜਾਨੀ ਕਿ ਜਿਹੜੀਆਂ ਹਦਾਇਤਾਂ ਨੇ ਗਵਰਨਮੈਂਟ ਦੀਆਂ, ਜਿਹੜੀ ਗਾਈਡਲਾਈਨਸ ਨੇ, ਉਹ ਕੀ ਨੇ ਤੇ ਇਹਨਾਂ ਦੀਆਂ ਕਮੀਆਂ ਕੀ ਨੇ, ਥੋੜਾ ਉਹ ਕਲੀਅਰ ਕਰੋ। ਜੇ ਮੈਂ ਵਾਟਰ ਸਪਲਾਈ ਦੀ ਲਾਈਨ ਦੇ ਬਾਰੇ, ਵਾਟਰ ਸਪਲਾਈ ਦੇ ਬਾਰੇ ਸੋਚਾਂ ਤੇ ਵਾਟਰ ਸਪਲਾਈ ਇਹਨਾਂ ਨੂੰ 4 ਸੈਕਟਰਾਂ ਦੇ ਵਿੱਚ 27,18,000 ਲੀਟਰ ਪਾਣੀ ਚਾਹੀਦਾ ਹੈ ਜੀ, ਜਦੋਂ ਕਿ ਇਹਨਾਂ ਨੇ ਸਿਰਫ 13,11,000 ਲੀਟਰ ਪਾਣੀ ਦਾ ਪ੍ਰੋਵੀਜ਼ਨ ਹੋਇਆ ਹੈ ਜੀ। ਔਰ ਉਹਦੇ ਵਿੱਚ ਵੀ ਸਭ ਤੋਂ ਵੱਡੀ ਕਮੀ ਇਹ ਹੈ ਕਿ ਜਦੋਂ ਜਿੱਥੇ ਕਿਤੇ ਬਿਜਲੀ ਚਲੀ ਜਾਂਦੀ ਹੈ ਜੀ, ਇਹਨਾਂ ਕੋਲੇ ਜਨਰੇਟਰ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ, ਉਹ ਟਾਈਮ ਫਿਰ ਉਸ ਤੋਂ ਵੀ ਘੱਟ ਪਾਣੀ ਸਪਲਾਈ ਹੁੰਦਾ ਹੈ ਜੀ। 117 ਸੈਕਟਰ ਦੇ ਬਸ਼ਿੰਦਿਆਂ ਨੇ ਪਿਛਲੀ ਗਰਮੀ ਦੇ ਵਿੱਚ 1 ਮਹੀਨਾ ਬਗੈਰ ਪਾਣੀ ਤੋਂ ਕੱਟਿਆ ਹੈ। ਮਿਸਟਰ ਦਵਿੰਦਰਪਾਲ ਇਹਨਾਂ ਦੇ ਮੈਗਨਸ ਦੇ ਫੈਸਿਲਿਟੀ ਹੈੱਡ ਨੇ, ਉਹਨਾਂ ਨੇ ਇੱਕ ਦਿਨ ਵੀ ਉੱਥੇ ਆ ਕੇ ਕਿਸੇ ਬਸ਼ਿੰਦੇ ਨਾਲ ਵਿਚਾਰ ਵਟਾਂਦਰਾ ਨਹੀਂ ਕੀਤਾ ਤੇ ਨਾ ਹੀ ਉਹਨਾਂ ਨੇ ਕੋਈ ਫੈਸਿਲਿਟੀ ਦੇਣ ਦੇ ਬਾਰੇ ਜਾਂ ਇੰਪਰੂਵ ਕਰਨ ਬਾਰੇ ਕੋਈ ਅਸ਼ੋਰੈਂਸ ਦਿੱਤਾ ਹੈ। ਅੱਛਾ, ਜਲ ਸਪਲਾਈ ਦੇ ਵਿੱਚ ਹੋਰ ਕੋਈ ਮੁਸ਼ਕਲ? ਜਲ ਸਪਲਾਈ ਦੇ ਵਿੱਚ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਜੀ ਕਿ ਜਦੋਂ ਪਾਣੀ ਹੀ ਨੇ ਇਹਨਾਂ ਨੇ ਨਹੀਂ ਡਿਵੈਲਪ ਕੀਤਾ ਜੀ, ਤਾਂ ਸਾਰੇ ਬਸ਼ਿੰਦਿਆਂ ਨੂੰ ਪਾਣੀ ਸਪਲਾਈ ਕਿਵੇਂ ਕਰ ਸਕਦੇ ਨੇ? ਇਹ ਚੀਜ਼ ਗਮਾਡਾ ਨੂੰ ਪਹਿਲਾਂ ਦੇਖਣੀ ਚਾਹੀਦੀ ਸੀ। ਅਸੀਂ ਗਮਾਡਾ ਦੇ ਸੀਏ ਸਾਹਿਬ ਨੂੰ ਵੀ 24/9/2020 ਨੂੰ ਇਹ ਸਾਰੀਆਂ ਸਮੱਸਿਆਵਾਂ ਬਾਰੇ ਲੈਟਰ ਲਿਖਿਆ ਹੈ ਤੇ ਉਹਨਾਂ ਦਾ ਕੀ ਜਵਾਬ ਹੈ? ਉਹਨਾਂ ਨੇ ਹਜੇ ਤੱਕ ਇਸ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ। ਮੈਂ ਤੁਹਾਨੂੰ ਥੋੜਾ ਰੋਕਣਾ ਚਾਹਾਂ, ਮੈਂ ਸਮੀਖਿਆ ਤੁਹਾਡੇ ਕੋਲੇ ਆਵਾਂਗਾ। ਜਲ ਸਪਲਾਈ ਸਿੱਧੀ ਇੱਕ ਕਿਚਨ ਨਾਲ ਜੁੜੀ ਹੋਈ ਚੀਜ਼ ਹੈ ਜੀ ਸਰ। ਔਰਤਾਂ ਨੂੰ ਕੀ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਇਹਦੇ ਵਿੱਚ? ਸਰ ਮੁਸ਼ਕਲ ਇਹ ਹੈ ਕਿ ਦੇਖੋ ਜਦ ਪਾਣੀ ਨਹੀਂ ਆਏਗਾ ਤਾਂ ਨਾ ਅਸੀਂ ਬਾਈਆਂ ਕੋਈ ਵੀ ਬਾਈ ਕੰਮ ਕਰਾ ਸਕਦੇ ਹਾਂ, ਕਿਉਂਕਿ ਪਾਣੀ ਦੀ ਲੋੜ ਤਾਂ ਹਰ ਇੱਕ ਚੀਜ਼ ਲਈ ਚਾਹੀਦੀ ਹੈ। ਖਾਣਾ ਬਣਾਉਣ ਨੂੰ ਵੀ ਚਾਹੀਦੀ ਹੈ, ਭਾਂਡੇ ਮਾਂਜਣ ਨੂੰ ਵੀ ਚਾਹੀਦੀ ਹੈ, ਸਫਾਈਆਂ ਨੂੰ ਵੀ ਚਾਹੀਦੀ ਹੈ। ਉਹ ਸਾਨੂੰ ਜਦ ਪਾਣੀ ਨਹੀਂ ਮਿਲੇਗਾ ਤਾਂ ਔਰਤਾਂ ਇੰਨੀਆਂ ਪਰੇਸ਼ਾਨ ਹੋ ਜਾਂਦੀਆਂ, ਕਿੱਥੇ ਬਾਲਟੀਆਂ ਚੱਕੇ ਜਾਣਗੀਆਂ ਜੀ? ਕੋਈ ਜਗ੍ਹਾ ਤਾਂ ਹੋਏ ਜਿੱਥੋਂ ਪਾਣੀ ਲਏ ਬੰਦਾ। ਉਹ ਸਾਨੂੰ ਪਾਣੀ ਨਹੀਂ ਮਿਲਿਆ 4 ਦਿਨ ਤਾਂ ਸਾਨੂੰ ਬਿਲਕੁਲ ਟੋਟਲੀ ਪਾਣੀ, ਇੱਕ ਦੀ ਬੂੰਦ ਨਹੀਂ ਮਿਲੀ ਪਾਣੀ ਦੀ।
ਤੁਸੀਂ ਇਹ ਦੇਖੋ ਕਿ ਲੋਕਾਂ ਨੇ, ਜਨਾਨੀਆਂ ਨੇ ਆਪਣੇ ਦੁਕਾਨਾਂ ਤੋਂ ਪਾਣੀ ਲਿਆ ਕੇ, ਬੋਤਲਾਂ ਲਿਆ ਕੇ ਘਰ ਦਾ ਖਾਣਾ ਬਣਾਇਆ। क्या ਸਾਡੀ ਡੇਲੀ ਨੀਡ ਜ਼ਰੂਰਤ ਨਹੀਂ ਹੈ ਜੀ? ਇਹ ਹੱਦ ਹੈ ਇਸ ਮੁਸ਼ਕਲ ਦੀ। ਯਾਨੀ ਕਿ ਸੀਵਰੇਜ ਦੀ ਗੱਲ ਕਰੀਏ ਤਾਂ ਉਹ ਕਿਸ ਤਰ੍ਹਾਂ ਜੀ? ਸੀਵਰੇਜ ਦੀ ਗੱਲ ਇਸ ਤਰ੍ਹਾਂ ਹੈ ਜੀ ਕਿ ਸੀਵਰੇਜ ਦਾ ਜਦੋਂ ਕੋਈ ਗ੍ਰੈਵਿਟੀ ਫਲੋ ਦੇ ਹਿਸਾਬ ਨਾਲ ਪੰਪਿੰਗ ਸਟੇਸ਼ਨ ਨਹੀਂ ਬਣਿਆ ਹੋਇਆ, ਇਹਦੀਆਂ ਹਦਾਇਤਾਂ ਕੀ ਹੈ? ਪਹਿਲਾਂ ਇਹਦੀਆਂ ਹਦਾਇਤਾਂ ਇਹ ਨੇ, ਪਹਿਲਾਂ ਹਦਾਇਤਾਂ ਜ਼ਿਕਰ ਕਰੋ ਫਿਰ ਮੁਸ਼ਕਲ। ਇਹਦੀਆਂ ਹਦਾਇਤਾਂ ਇਹ ਨੇ ਸਰ, ਜਿਹੜੀਆਂ ਇਹ ਆਕੂਪੇਸ਼ਨ ਸਰਟੀਫਿਕੇਟ ਦੇ ਲਈ ਜੋ ਰਿਪੋਰਟ ਹੈ ਜੀ, ਇਹ ਕਮੇਟੀ ਨੇ ਰਿਪੋਰਟ ਦਿੱਤੀ ਹੋਈ ਹੈ ਗਮਾਡਾ ਨੇ। ਥੋੜਾ ਦਰਸ਼ਕਾਂ ਨਾਲ ਸਾਂਝੀ ਕਰੋ ਜਿਹੜੀ ਰਿਪੋਰਟ ਦਿੱਤੀ ਹੈ ਜੀ। ਇਹ ਰਿਪੋਰਟ ਦੇ ਮੁਤਾਬਕ ਗਮਾਡਾ ਦੇ ਅਥਾਰਟੀ ਦੇ ਅਫਸਰਾਂ ਨੇ ਇਹ ਲਿਖਿਆ ਹੈ ਕਿ ਜੀ ਸਾਰਾ ਸੀਵਰ ਚਾਲੂ ਹੈ, ਵੇਅਰ ਐਜ਼ ਅੱਜ ਦੀ ਡੇਟ ਦੇ ਵਿੱਚ ਵੀ ਉੱਥੇ ਕੋਈ ਸੀਵਰੇਜ ਸਿਸਟਮ ਚਾਲੂ ਨਹੀਂ ਹੈ। ਅਸੀਂ ਇਸ ਦੀ ਰਿਕੁਐਸਟ ਸੀਏ ਗਮਾਡਾ ਨੂੰ 24/9/2020 ਨੂੰ ਕੀਤੀ ਹੋਈ ਹੈ ਇਸ ਲੈਟਰ ਨੰਬਰ ਨਾਲ। ਉਹਨਾਂ ਨੇ ਕੋਈ ਸਾਡੇ ਬਾਰੇ ਸੋਚਿਆ ਨਹੀਂ, ਉਹਨਾਂ ਨੇ ਕੋਈ ਕਮੇਟੀ ਨਹੀਂ ਫਾਰਮ ਕੀਤੀ, ਉਹਨਾਂ ਨੇ ਕੋਈ ਕਿਸੇ ਨੂੰ ਹਦਾਇਤ ਨਹੀਂ ਦਿੱਤੀ ਜੀ। ਚਲੋ ਇਹਦੇ ਹਦਾਇਤਾਂ ਮੁਤਾਬਕ ਕੀ ਕਮੀਆਂ ਨੇ ਇਹਦੇ ਵਿੱਚ? ਇਹਨਾਂ ਦੀ ਹਦਾਇਤਾਂ ਦੇ ਮੁਤਾਬਕ ਸਰ ਇਸ ਡਿਸਪੋਜ਼ਲ ਤੋਂ ਬਾਅਦ ਇੱਕ ਐਸਟੀਪੀ ਬਣਨਾ ਸੀਗਾ, ਐਸਟੀਪੀ ਸੀਵਰੇਜ ਟ੍ਰੀਟਮੈਂਟ ਪਲਾਂਟ, ਸੀਵਰੇਜ ਟ੍ਰੀਟਮੈਂਟ ਪਲਾਂਟ ਬਣਨਾ ਸੀਗਾ। ਉਸ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਜਿਹੜੀ ਕੈਪੈਸਿਟੀ ਹੈ, ਜੇ ਮੈਂ ਕੈਲਕੂਲੇਸ਼ਨਾਂ ਕਰਾਂ ਤੇ ਇਹ 1854 KLD ਦਾ ਬਣਨਾ ਚਾਹੀਦਾ ਹੈ ਜੀ, ਜਦੋਂ ਕਿ ਉਹ ਗਮਾਡਾ ਦੀ ਰਿਪੋਰਟ ਦੇ ਮੁਤਾਬਕ ਇਹਨਾਂ ਨੇ 100 KLD ਦਾ ਐਸਟੀਪੀ ਹੀ ਬਣਾਇਆ ਹੈ, ਯਾਨੀ ਕਿ 620 ਲੈਸ, 1754 ਲੈਸ ਜੀ, 1754 ਲੈਸ ਜੀ। ਤੇ ਇੰਨਾ ਜਿਹੜਾ ਗੈਪ ਹੈ, ਹਾਂਜੀ, ਇਹ ਯਾਨੀ ਕਿ ਕਿੱਡੀ ਵੱਡੀ ਇਹ ਸਾਰੀ ਘਪਲੇਬਾਜ਼ੀ ਹੈ ਨਜ਼ਰਅੰਦਾਜ਼ੀ ਜੀ, ਹੋ ਇਹ ਸਾਰੀ ਘਪਲੇਬਾਜ਼ੀ ਹੈ। ਡਿਵੈਲਪਰ ਬਿਲਡਰ ਜਿਹੜਾ ਹੈ ਗਮਾਡਾ ਦੇ ਨਾਲ ਮਿਲਿਆ ਹੋਇਆ ਹੈ, ਗਮਾਡਾ ਦੀਆਂ ਅਥਾਰਟੀ ਕੋਈ ਇਹਨਾਂ ਤੇ ਪ੍ਰੈਸ਼ਰ ਨਹੀਂ ਪਾ ਰਹੀ। ਸਾਡੀ ਚਿੱਠੀ 1 ਸਾਲ ਦੇਣ ਤੋਂ ਬਾਵਜੂਦ ਵੀ ਉਹ ਕੋਈ ਚੀਜ਼ ਤੇ ਐਕਸ਼ਨ ਨਹੀਂ ਲੈ ਰਹੇ। ਤੁਸੀਂ ਲਗਾਤਾਰ ਮਿਲ ਰਹੇ ਹੋ? ਅਸੀਂ ਲਗਾਤਾਰ ਉਹਨਾਂ ਨੂੰ ਮਿਲ ਵੀ ਰਹੇ ਹਾਂ, ਜਾ ਵੀ ਰਹੇ ਹਾਂ, ਦਫ਼ਤਰ 'ਚ ਵੀ ਜਾ ਰਹੇ ਹਾਂ। ਉਹ ਹਰ ਵਾਰੀ ਟਰਕਾ ਦਿੰਦੇ ਨੇ, ਅੱਛਾ ਜੀ ਹੁਣ ਮੀਟਿੰਗ ਕਰਾਂਗੇ ਜੀ, ਫਿਰ ਮੀਟਿੰਗ ਕਰਾਂਗੇ ਜੀ। ਅਸੀਂ ਪਿਛਲੇ 15 ਦਿਨ ਤੋਂ ਪਹਿਲਾਂ ADC ਸਾਹਿਬਾ ਨੂੰ ਵੀ ਅਪੀਲ ਕੀਤੀ ਹੈ। ਕੀ ਨਾਮ ਹੈ ADC ਸਾਹਿਬਾਂ ਦਾ? ਚਲੋ, ਨੋਡਲ ਆਫੀਸਰ ਨੇ, ਉਹ ਬਿਟਵੀਨ ਦੀ ਗਵਰਨਮੈਂਟ ਐਂਡ ਦੀ ਬਿਲਡਰਸ ਜੀ। ਉਹਨਾਂ ਨੂੰ ਅਸੀਂ ਵਾਟਰ ਸਪਲਾਈ ਦੀਆਂ, ਸੀਵਰ ਦੀਆਂ ਸਾਰੀਆਂ ਕੈਲਕੂਲੇਸ਼ਨਾਂ ਦਿੱਤੀਆਂ ਨੇ ਕਿ ਇੱਥੇ ਇਹ ਘਾਟ ਹੈ ਜੀ, ਜਿਹੜੀ ਕਿ TDI ਨੇ ਨਹੀਂ ਪ੍ਰੋਵਾਈਡ ਕੀਤੀ ਜੀ। ਉਸ ਤੋਂ ਬਾਵਜੂਦ ਵੀ ਸਾਨੂੰ ਉਸ ਚੀਜ਼ ਦਾ ਕੋਈ ਤਸੱਲੀ ਬਖਸ਼ ਜਵਾਬ ਦਿੱਤਾ ਗਿਆ ਹੈ, ਨਾ ਸਾਡੇ ਨਾਲ ਕੋਈ ਮੀਟਿੰਗ ਕੀਤੀ। ਚਲੋ, ਇਹ ਤਾਂ ਪ੍ਰਸ਼ਾਸਨ ਤੇ ਤੁਹਾਡੇ ਦੋਸ਼ ਹੋ ਗਏ ਵੀ ਅਫਸਰ ਤੁਹਾਡੀ ਗੱਲ ਨਹੀਂ ਸੁਣਦੇ, ਤੁਸੀਂ ਲਿਖਤੀ ਰੂਪ 'ਚ ਵੀ ਦੇ ਚੁੱਕੇ ਹੋ ਜੀ। ਜਿਹੜੇ ਨੁਮਾਇੰਦੇ ਨੇ, ਲੋਕ ਨੁਮਾਇੰਦੇ, ਲੋਕਤੰਤਰ ਆਪਣੇ, ਆਪਾਂ ਇੱਕ ਨੁਮਾਇੰਦੇ ਚੁਣਦੇ ਹਾਂ ਜਿਹੜੀ ਆਪਣੀ ਕੋਈ ਗੱਲ ਨਾ ਸੁਣੇ ਪ੍ਰਸ਼ਾਸਨ, ਤਾਂ ਆਪਾਂ ਉਹਨਾਂ ਕੋਲੇ ਗੱਲ ਕਰਦੇ ਹਾਂ। ਤੁਸੀਂ ਕਿਸੇ ਐਸੇ ਨੁਮਾਇੰਦੇ ਨੂੰ ਮਿਲੇ? ਅਸੀਂ ਕਿਉਂਕਿ ਨੁਮਾਇੰਦਾ ਇਹਦੇ ਵਿੱਚ ਗਮਾਡਾ ਹੀ ਹੈ ਜਿਹਨੇ ਕਿ ਇਹ ਰੋਲ ਪਲੇ ਕਰਨਾ ਹੈ। ਮੈਂ ਮਿਸਟਰ ਅਕਸ਼ੇ ਤਨੇਜਾ ਨਾਲ ਵੀ ਮਿਲਿਆ ਜੀ, ਜੋ ਇਸ ਕੰਪਨੀ ਦੇ ਮਾਲਕ ਨੇ ਜੀ। ਉਹਨਾਂ ਨੇ ਸਾਨੂੰ ਇਹ ਗੱਲ ਕਹਿ ਕੇ ਟਰਕਾ ਦਿੱਤਾ ਕਿ ਜੀ ਇਹ ਤਾਂ ਟੈਕਨੀਕਲ ਮੈਟਰ ਹੈ ਤੇ ਰੈਜ਼ੀਡੈਂਟ ਜਿਹੜੇ ਨੇ ਉਹਨਾਂ ਨੂੰ ਬਿਹੇਵ ਕਰਨਾ ਪਏਗਾ। ਉਹਦਾ ਬਿਹੇਵੀਅਰ ਬਿਲਕੁਲ ਐਰੋਗੈਂਟ ਸੀ, ਉਹ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਨੇ। ਚਲੋ, ਇਹ ਤਾਂ ਬਿਲਡਰ ਤਾਂ ਇੱਕ ਦੂਸਰੀ ਸਾਈਡ ਹੋਗਾ। ਮੇਰਾ ਨੁਮਾਇੰਦੇ ਦਾ ਮਕਸਦ ਸੀਗਾ ਕਿ ਜਿਵੇਂ ਸਰਕਾਰ ਜੋ ਰੈਗੂਲੇਟ ਕਰਨ ਵਾਸਤੇ, ਜਿਵੇਂ ਪ੍ਰਸ਼ਾਸਨ ਹੈ, ਪ੍ਰਸ਼ਾਸਨ ਨੂੰ ਰੈਗੂਲੇਟ ਕਰਨ ਵਾਸਤੇ, ਉਹ ਤੋਂ ਕੰਮ ਕਰਾਉਣ ਵਾਸਤੇ, ਲੋਕਾਂ ਦੀਆਂ ਗੱਲਾਂ ਮਰਾਉਣ ਵਾਸਤੇ ਆਪਾਂ ਲੋਕਾਂ ਨੂੰ ਵੋਟ ਪਾ ਕੇ ਚੁਣਦੇ ਹਾਂ। ਮੰਤਰੀ ਵੀ ਹੁੰਦੇ ਨੇ ਜੀ, ਗਾਂ ਹੋਰ ਅਹੁਦੇਦਾਰ ਹੁੰਦੇ ਨੇ, ਉਹਨਾਂ ਨੂੰ ਕਿਸੇ ਨੂੰ ਮਿਲੇ ਹੋ ਤੁਸੀਂ? ਮਨੀਸ਼ ਤਿਵਾੜੀ ਜੀ ਸਾਡੇ ਇਲਾਕੇ ਦੇ ਵਿੱਚ ਆਏ ਸੀ, ਉਹਨਾਂ ਨੇ ਸਾਨੂੰ ਸਾਰੀ ਚੀਜ਼ਾਂ ਪ੍ਰੋਬਲਮਾਂ ਸਮਝੀਆਂ ਸੀ ਤੇ ਸਾਨੂੰ ਉਹਨਾਂ ਨੂੰ ਅਸ਼ੋਰੈਂਸ ਦਿਲਾਈ ਸੀ। ਚਲੋ, ਤਿਵਾੜੀ ਸਾਹਿਬ ਨੂੰ ਮਿਲੇ। ਮੇਰਾ ਤਾਂ ਕਹਿਣ ਦਾ ਮਤਲਬ ਸਥਾਨਕ ਸਰਕਾਰਾਂ ਦੇ ਅੰਡਰ ਆਉਂਦਾ ਇਹ? ਸਥਾਨਕ ਸਰਕਾਰਾਂ ਦੇ ਅੰਡਰ ਆਉਂਦਾ ਹੈ। ਤੇ ਪਹਿਲਾਂ ਸਿੱਧੂ ਸਾਹਿਬ ਸੀਗੇ, ਚਲੋ ਉਹਨਾਂ ਤੇ ਛੱਡਤਾ, ਉਸ ਤੋਂ ਬਾਅਦ ਕਿਸੇ ਹੋਰ ਮੰਤਰੀ ਨੂੰ ਮਿਲੇ ਤੁਸੀਂ? ਸਥਾਨਕ ਸਰਕਾਰ ਦਾ ਇਸ ਤਰ੍ਹਾਂ ਹੈ ਜੀ, ਉਹਨਾਂ ਨੇ ਇਹ ਏਰੀਆ ਜਿਹੜਾ ਹੈ, ਜਿਹੜੀ ਏਰੀਆ MMC ਦੀਆਂ ਲਿਮਿਟਸ ਨੇ, ਉਹ ਸਾਡੇ ਸੈਕਟਰਸ ਨੂੰ ਵਿੱਚ ਇਨਕਲੂਡ ਕਰਵਾ ਦਿੱਤਾ ਹੈ ਜੀ। ਲੇਕਿਨ ਜਦੋਂ ਤੱਕ TDI ਬਿਲਡਰ ਕੰਪਲੀਸ਼ਨ ਸਰਟੀਫਿਕੇਟ ਨਹੀਂ ਲਏਗਾ, ਉਦੋਂ ਤੱਕ ਉਹਨਾਂ ਚਿਕਰ ਮਿਊਨਿਸਪਲ ਕਾਰਪੋਰੇਸ਼ਨ ਜਾਂ ਸਰਕਾਰ ਇਹ ਸਾਡੇ ਮਸਲੇ ਹੱਲ ਨਹੀਂ ਕਰ ਸਕਦੀ। ਯਾਨੀ ਕਿ ਉਹਨਾਂ ਨੇ ਇੱਕ ਵਿਰਲ ਰੱਖੀ ਹੋਈ ਹੈ ਇਹ ਹਜੇ ਕੰਪਲੀਸ਼ਨ ਸਰਟੀਫਿਕੇਟ ਦਿੱਤਾ ਨਹੀਂ ਦਿੱਤਾ ਜੀ। ਜਦੋਂ ਕਿ ਇੱਕ ਹਦਾਇਤ ਹੋਰ ਵੀ ਆਕੂਪੇਸ਼ਨ ਦੇ ਮੁਤਾਬਕ ਜਿਹੜਾ ਰਿਹਾਇਸ਼ਾਂ ਵਿੱਚ ਸੇਲ ਕਰਨ ਵਾਸਤੇ, ਰਿਹਾਇਸ਼ਾਂ ਲਈ ਸੇਲ ਕਰਨ ਵਾਸਤੇ ਪਲਾਟ ਜਿਹੜੇ ਦੇਣੇ ਆ, ਉਹ ਤੋਂ ਪਹਿਲਾਂ ਜਿਹੜੀਆਂ ਮੁੱਢਲੀਆਂ ਜਿਹੜੀਆਂ ਲਾਜ਼ਮੀ ਕਹਿਣ ਵਾਲੀਆਂ ਸੇਵਾਵਾਂ ਨੇ ਉਹ ਪੂਰੀਆਂ ਕਰਨੀਆਂ ਹੁੰਦੀਆਂ ਜ਼ਰੂਰੀ, ਉਹ ਪੂਰੀਆਂ ਨਹੀਂ ਹੋਈਆਂ ਜੀ। ਇਹ ਕਿਤੇ ਨਾ ਕਿਤੇ ਯਾਨੀ ਕਿ ਤੁਹਾਡੇ ਕਹਿਣ ਦੇ ਮੁਤਾਬਕ ਇਹ ਹੈ ਕਿ ਪ੍ਰਸ਼ਾਸਨ ਤੇ ਬਿਲਡਰ ਮਿਲੇ ਹੋਏ ਨੇ? ਬਿਲਕੁਲ ਮਿਲੇ ਹੋਏ ਨੇ ਜੀ। ਨਾ ਪ੍ਰਸ਼ਾਸਨ ਉਹਨਾਂ ਦੀ ਕਮੀਆਂ ਤੇ ਗੌਰ ਕਰ ਰਿਹਾ ਹੈ ਤੇ ਬਿਲਡਰ ਪੈਸੇ ਕਮਾ ਰਿਹਾ ਹੈ।
ਬਿਲਡਰ ਨੇ ਪੈਸੇ ਕਿਸ ਤਰ੍ਹਾਂ ਕਮਾ ਰਿਹਾ ਉਹ ਥੋੜਾ ਕਲੀਅਰ ਕਰੋ। ਪੈਸੇ ਇਸ ਤਰ੍ਹਾਂ ਕਮਾ ਰਿਹਾ ਹੈ ਜੀ ਕਿ ਜੋ ਮੇਨਟੇਨੈਂਸ ਹੈ ਜੀ 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 ਉਹ ਰੱਖ ਰਖਾਵ ਜੋ ਹੈ ਪਾਣੀ ਦਾ ਬਿਜਲੀ ਦਾ ਸਾਰਾ ਜੋ ਕਰਨਾ ਚਾਹੀਦਾ ਹੈ ਜੀ, ਉਹ ਬਿਲਡਰ ਕੰਪਲੀਸ਼ਨ ਸਰਟੀਫਿਕੇਟ ਜਦੋਂ ਤੱਕ ਨਹੀਂ ਲੈਂਦਾ ਤਾਂ ਬਿਲਡਰ ਨੇ ਕਰਨਾ ਹੁੰਦਾ ਹੈ ਜੀ। ਉਹਨੇ ਸਾਡੇ ਤੋਂ ਉਹਦੀ ਜ਼ਿੰਮੇਵਾਰੀ ਹੈ ਮੁਫਤ ਦੇਣ ਦੀ ਹੈ, ਮੁਫਤ ਦੇਣ ਦੀ ਜ਼ਿੰਮੇਵਾਰੀ ਹੈ, ਲੇਕਿਨ ਜੀ ਸਾਡੇ ਤੋਂ ਉਹ ਤਕਰੀਬਨ 10 ਤੋਂ 12,000 ਰੁਪਏ ਮਹੀਨਾ ਸਾਲ ਦਾ ਲੈ ਰਿਹਾ ਹੈ, ਜਿਹੜਾ ਕਿ 2.5 ਕਰੋੜ ਦੇ ਕਰੀਬ ਬਣਦਾ ਹੈ ਸਾਰੇ ਬਸ਼ਿੰਦਿਆਂ ਦਾ। ਸਾਰੀ ਰਿਹਾਇਸ਼ਾਂ ਦਾ 2.5 ਕਰੋੜ ਰੁਪਏ ਬਣਦਾ ਹੈ, ਜਿਹੜਾ ਕਿ ਕੈਮ ਚਾਰजेस ਦੇ ਨਾਂ ਤੇ ਲੈ ਰਿਹਾ ਹੈ ਜੀ। 65 ਲੱਖ ਰੁਪਏ ਲੈ ਰਿਹਾ ਹੈ, ਜਿਹੜਾ ਕਿ ਪਾਣੀ ਦੇ ਬਿੱਲਾਂ ਦੇ ਨਾਮ ਤੇ ਲੈ ਰਿਹਾ ਹੈ, ਜਦੋਂ ਕਿ ਪਾਣੀ ਸਾਨੂੰ ਮਿਲ ਨਹੀਂ ਰਿਹਾ। ਤੇ ਯਾਨੀ ਕਿ ਜਦੋਂ ਆਪਾਂ ਕਹਿੰਦੇ ਹਾਂ ਜਾਂ ਤਾਂ ਆਪਾਂ ਪ੍ਰਸ਼ਾਸਨ ਕੋਲੇ ਜਾਂਦੇ ਹਾਂ ਜਾਂ ਆਪਣੇ ਨੁਮਾਇੰਦਿਆਂ ਕੋਲੇ ਜਾਂਦੇ ਹਾਂ, ਜਦੋਂ ਸਰਕਾਰ ਕਹਿੰਦੇ ਆਪਾਂ, ਤੇ ਜਦੋਂ ਦੋਨੇ ਗੱਲਾਂ ਕੰਮ ਨਹੀਂ ਕਰਦੀਆਂ ਫਿਰ ਕਿਤੇ ਨਾ ਕਿਤੇ ਅਦਾਲਤ ਕੋਲੇ ਵੀ ਜਾਂਦੇ ਆ। ਕੀ ਇਹ ਤੁਸੀਂ ਰਾਏ ਬਣਾ ਰਹੇ ਹੋ ਕੋਈ? ਬਿਲਕੁਲ ਬਣਾ ਰਹੇ ਹਾਂ ਜੀ। ਅਸੀਂ ਰੇਰਾ ਦੇ ਵਿੱਚ ਕੇਸ ਫਾਈਲ ਕਰਾਂਗੇ। ਸਾਡੇ ਦੂਸਰੀ ਐਸੋਸੀਏਸ਼ਨ ਨੇ ਰੇਰਾ ਦੇ ਵਿੱਚ ਕੇਸ ਫਾਈਲ ਕੀਤਾ ਵੀ ਹੋਇਆ ਹੈ ਜੀ। 110 ਔਰ 111 ਸੈਕਟਰ ਦੀ ਜਿਹੜੀ ਐਸੋਸੀਏਸ਼ਨਸ ਨੇ ਉਹਨਾਂ ਨੇ ਗਮਾਡਾ ਤੇ ਜ਼ੋਰ ਪਾ ਦਿੱਤਾ ਹੈ। ਗਮਾਡਾ ਨੇ ਇਹ TDI ਨੂੰ ਇੱਕ ਚਿੱਠੀ ਲਿਖੀ ਹੈ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਤੁਹਾਡਾ ਆਕੂਪੇਸ਼ਨ ਸਰਟੀਫਿਕੇਟ ਕੈਂਸਲ ਕੀਤਾ ਜਾਵੇਗਾ ਜੇ ਤੁਸੀਂ ਇਹ ਸਾਰੀਆਂ ਮੁੱਢਲੀਆਂ ਸੇਵਾਵਾਂ ਨਹੀਂ ਦਿੰਦੇ। ਇਹ ਜਾਨੀ ਤੁਸੀਂ 2 ਸੈਕਟਰਾਂ ਦੀ ਗੱਲ ਕਰਦੇ ਹੋ? ਮੈਂ ਸਿਰਫ 110 ਔਰ 111 ਦੀ ਗੱਲ ਕਰ ਰਿਹਾ। ਤੇ ਤੁਹਾਡੇ 6 ਸੈਕਟਰ ਵੱਖਰੇ ਨੇ? ਸਾਡੇ 6 ਸੈਕਟਰ ਵੱਖਰੇ ਨੇ ਜੀ। ਜਾਨੀ 300 ਏਕੜ ਵਾਲਾ ਰਹਿ ਗਿਆ? ਹਾਂਜੀ। ਤੇ ਤੁਸੀਂ ਵੀ ਇਸ ਕਦਮ ਵੱਲ ਵਧੋਗੇ? ਅਸੀਂ ਹਰ ਹਾਲਤ 'ਚ ਵਧਾਂਗੇ ਜੀ, ਕਿਉਂਕਿ ਬਿਲਡਰ ਐਰੋਗੈਂਟ ਹੈ, ਬਿਲਡਰ ਸੁਣਨਾ ਨਹੀਂ ਚਾਹੁੰਦਾ। ਜੇ ਉਹ ਸੁਣ ਕੇ ਇਹ ਸਾਰੀਆਂ ਫੈਸਿਲਿਟੀਆਂ ਪੂਰੀਆਂ ਕਰ ਦੇਵੇ ਤੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ, ਔਰ ਇਹ ਹੀ ਇਜ਼ ਬਾਉਂਡ ਟੂ ਡੂ, ਉਹਦੀ ਜ਼ਿੰਮੇਵਾਰੀ ਹੈ ਇਹ ਕੰਮ ਕਰਨ ਦੀ। ਤੇ ਤੁਹਾਡਾ ਸਿੱਧਾ ਦੋਸ਼ ਹੈ ਕਿ ਪ੍ਰਸ਼ਾਸਨ ਦੇ ਅਫਸਰ ਜਿਹੜੇ ਜ਼ਿੰਮੇਵਾਰ ਅਧਿਕਾਰੀ ਨੇ ਉਹ ਮਿਲੇ ਹੋਏ ਨੇ? 100% ਮਿਲੇ ਹੋਏ ਨੇ ਜੀ, ਕਿਉਂਕਿ ਉਹਨਾਂ ਦੀ ਜਦੋਂ ਅਸੀਂ ਸਾਰੀਆਂ ਚੀਜ਼ਾਂ ਉਹਨਾਂ ਦੀ ਨੌਲੇਜ ਦੇ ਵਿੱਚ ਦੇਤੀਆਂ, ਜਦੋਂ ਪਬਲਿਕ ਇੰਨੀ ਤੰਗ ਹੈ, ਘੱਟੋ ਘੱਟ 40,000 ਵਸਿੰਦਾ ਹੈ ਜਿਹੜਾ ਕਿ ਉੱਥੇ ਇਸ ਚੀਜ਼ ਤੋਂ ਤੰਗ ਹੈ ਜੀ, ਜਦੋਂ ਪ੍ਰਸ਼ਾਸਨ ਨੂੰ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਔਰ ਉਹ ਬਿਲਡਰ ਦੇ ਉੱਪਰ ਕੋਈ ਜ਼ੋਰ ਨਹੀਂ ਪਾ ਰਿਹਾ, ਇਹ ਸਰਕਮਸਟੈਂਸ਼ੀਅਲ ਹੋ ਜਾਂਦਾ ਹੈ ਕਿ ਉਹ ਮਿਲਿਆ ਹੋਇਆ ਹੈ। ਚਲੋ ਆਪਾਂ ਇੱਕ ਗੱਲ ਹੋਰ ਕਰਦੇ ਹਾਂ। ਮੋਹਾਲੀ ਦਾ ਇਹ ਮਸਲਾ ਹੈ। ਮੋਹਾਲੀ ਦੇ ਵਿੱਚ ਜਾਨੀ ਹੋਰ ਜਾਨੀ ਕਿ ਪਾਰਟੀਆਂ ਦੇ ਨੁਮਾਇੰਦੇ ਵੀ ਰਹਿੰਦੇ। ਬਲਵੀਰ ਸਿੰਘ ਸਿੱਧੂ ਸਪੈਸ਼ਲ ਉੱਤੇ, ਹਾਲਾਂਕਿ ਉਹਨਾਂ ਕੋਲ ਡਿਪਾਰਟਮੈਂਟ ਹੋਰ ਹੈ, ਆਪਾਂ ਗੱਲ ਤਾਂ ਰੱਖ ਹੀ ਸਕਦੇ, ਉਹਨਾਂ ਨੂੰ ਮਿਲੇ ਤੁਸੀਂ ਕਦੇ? ਅਸੀਂ ਸਰ ਇਸ ਕਰਕੇ ਨਹੀਂ ਮਿਲ ਪਾ ਰਹੇ ਉਹਨਾਂ ਨੂੰ ਕਿਉਂਕਿ ਇਹ ਮਸਲਾ ਸਾਨੂੰ ਇਹ ਲੱਗ ਰਿਹਾ ਕਿ ਉਹਨਾਂ ਕੋਲੇ ਸਿਹਤ ਵਿਭਾਗ ਹੈ। ਮੈਂ ਵੀ ਕਿਹਾ ਤੁਹਾਨੂੰ, ਮੈਂ ਤੁਹਾਨੂੰ ਇਹੀ ਕਹਿ ਰਿਹਾ, ਉਹਨਾਂ ਕੋਲੇ ਹੈਲਥ ਡਿਪਾਰਟਮੈਂਟ ਹੈ, ਪਰ ਫਿਰ ਵੀ ਆਪਾਂ ਆਪਦੇ ਨੁਮਾਇੰਦੇ ਕੋਲੇ ਗੱਲ ਤਾਂ ਰੱਖ ਹੀ ਸਕਦੇ ਹੁੰਦੇ। ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਜੀ, ਲੇਕਿਨ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਕਿਉਂਕਿ ਇਹ ਏਰੀਆ, ਫੋਰ ਐਗਜ਼ਾਮਪਲ ਜਦੋਂ ਅਸੀਂ MC ਦੇ ਵਿੱਚ ਗਏ, MC ਦੇ ਵਿੱਚ ਬਾਰਿਸ਼ਾਂ ਦੇ ਵਿੱਚ ਗਏ, ਮੇਅਰ ਵੀ ਉਹਨਾਂ ਦੇ ਬ੍ਰਦਰ ਹੀ ਨੇ, ਉਹਨਾਂ ਦੇ ਬਾਰਿਸ਼ਾਂ ਦੇ ਵਿੱਚ ਅਸੀਂ ਗਏ, ਜਦੋਂ ਇੰਨਾ ਮੱਛਰ ਹੋ ਜਾਂਦਾ ਹੈ, ਇਹ ਸਾਰੀ ਬਿਮਾਰੀਆਂ ਫੈਲਣ ਦਾ ਡਰ ਹੋ ਜਾਂਦਾ ਹੈ ਜੀ, ਉਦੋਂ ਜਦੋਂ ਉਹਨਾਂ ਨੂੰ ਅਸੀਂ ਸਪਰੇਅ ਲਈ ਕਿਹਾ, ਉਹਨਾਂ ਨੇ ਸਾਨੂੰ ਆਊਟ ਆਫ ਦੀ ਵੇ ਕਟਸੀ ਸੇਕ ਭੇਜ ਦਿੱਤਾ, ਲੇਕਿਨ ਨਾਲ ਇਹ ਰਾਈਡਰ ਦਿੱਤਾ ਕਿ ਵੀ ਸਾਡੇ ਕੋਲੇ ਇਹ ਏਰੀਆ ਨਹੀਂ ਹੈ। ਯਾਨੀ ਕਿ ਸਾਡੇ ਕੋਲੇ ਇਹ ਏਰੀਆ ਨਹੀਂ ਹੈ ਕਿਉਂਕਿ ਬਿਲਡਰ ਨੇ ਕੰਪਲੀਸ਼ਨ ਸਰਟੀਫਿਕੇਟ ਨਹੀਂ ਲਿਆ। ਜਦੋਂ ਤੱਕ ਬਿਲਡਰ ਕੰਪਲੀਸ਼ਨ ਸਰਟੀਫਿਕੇਟ ਨਹੀਂ ਲਏਗਾ ਉਦੋਂ ਤੱਕ ਇਹ ਏਰੀਆ MC ਦੇ ਵਿੱਚ ਨਹੀਂ ਆਏਗਾ, ਕਾਰਪੋਰੇਸ਼ਨ ਦੀ ਅਧਿਕਾਰ ਖੇਤਰ 'ਚ ਨਹੀਂ ਹੈ, ਨਹੀਂ ਆਏਗਾ। ਯਾਨੀ ਹੁਣ ਗਮਾਡਾ ਦੇ ਅੰਦਰ ਹੈ, ਸਰਕਾਰ ਦੇ ਅੰਦਰ ਤਾਂ ਹੈਗਾ। ਸਰਕਾਰ ਜਿਹੜੀ ਹੈ ਜੀ ਬੇਸਿਕਲੀ ਸਰਕਾਰ ਵੀ ਕਾਂਗਰਸ ਦੀ ਹੈ ਜੀ। ਸਰਕਾਰ ਜਿਹੜੀ ਹੈ ਜੀ ਤਾਂ ਵਿੱਚ ਆਏਗਾ ਜੇ ਬਿਲਡਰ ਕੰਪਲੀਸ਼ਨ ਸਰਟੀਫਿਕੇਟ ਲਏਗਾ। ਸਰਕਾਰ ਤੋਂ ਵੀ ਬਾਹਰ ਹੈ, ਉਹ ਅਪਲਾਈ ਨਹੀਂ ਕਰ ਰਿਹਾ। ਤੁਸੀਂ ਤਾਂ ਇਹ ਕਹਿ ਰਹੇ ਹੋ ਨਾ, ਦੇਖੋ ਤੁਹਾਡੀ ਗੱਲ ਜਿੰਨੀ ਮੈਨੂੰ ਸਮਝ ਆਈ ਉਹ 'ਚ ਇਹ ਹੈ ਵੀ ਜੇ ਕਾਰਪੋਰੇਸ਼ਨ ਤੋਂ ਸ਼ਿਕਾਇਤ ਕਰਨੀ ਜਾਂ ਉਹਨੂੰ ਇੱਕ ਕਹਿਣਾ ਵੀ ਸਾਡਾ ਕੰਮ ਨਹੀਂ ਹੋ ਰਿਹਾ, ਉਹ ਕੰਪਲੀਸ਼ਨ ਸਰਟੀਫਿਕੇਟ ਤੁਸੀਂ ਕਹਿੰਦੇ ਜਿੰਨਾ ਚਿਰ ਨਹੀਂ ਲਏਗਾ ਉਹਨਾਂ ਚਿਰ ਉਹ ਨਹੀਂ ਆਉਂਦੇ, ਉਹਨਾਂ ਨੇ ਤੁਹਾਨੂੰ ਕਹਿਤਾ। ਹਾਂਜੀ, ਪਰ ਉਦੋਂ ਪਹਿਲਾਂ ਜਿਹੜੀ ਗਮਾਡਾ ਹੈ, ਹਾਂਜੀ, ਗਮਾਡਾ ਸਰਕਾਰ ਦੇ ਅੰਦਰ ਆਉਂਦੀ ਹੈ, ਬਿਲਕੁਲ ਆਉਂਦੀ ਹੈ, ਤੇ ਉਹਦੀ ਜ਼ਿੰਮੇਵਾਰੀ ਤੁਸੀਂ ਕਹਿੰਦੇ ਪੂਰੀ ਨਹੀਂ ਹੋਈ, ਫਿਰ ਵੀ ਤੁਸੀਂ ਮਿਲ ਸਕਦੇ ਹੋ, ਸੈਕਟਰੀ ਨੂੰ ਮਿਲ ਸਕਦੇ ਹੋ। ਅਸੀਂ CA ਸਾਹਿਬ ਨੂੰ ਮਿਲੇ ਜੀ, CA ਗਮਾਡਾ ਨੂੰ ਮਿਲੇ ਅਸੀਂ। ਹਾਂਜੀ, CA ਗਮਾਡਾ ਨੇ ਸਾਨੂੰ 4 ਵਾਰੀ ਇਹ ਗੱਲ ਕਹਿਤੀ ਅਸੀਂ ਕਾਰਵਾਈ ਕਰਾਂਗੇ, ਪਰ ਯਾਨੀ ਕਾਰਵਾਈ ਕਰਾਂਗੇ ਤੇ ਗੱਲ ਰਹੇਗੀ। ਕਾਰਵਾਈ ਕਰਦੇ ਕਰਦੇ 1.5 ਸਾਲ ਬੀਤ ਗਿਆ ਜੀ। ਇੱਕ ਸਵਾਲ ਹੋਰ ਵੀ ਹੈ ਜਿਵੇਂ ਤੁਹਾਡੇ ਨਾਲ ਕਰਨਾ, ਲਾਸਟ ਗੱਲ ਕਰੀਏ ਆਪਾਂ ਤਾਂ 2017 ਤੋਂ ਤੁਸੀਂ ਉੱਥੇ ਬੈਠੇ ਹੋ, ਅੱਜ 2021 ਹੋ ਗਿਆ। ਹਾਂਜੀ, ਤੁਸੀਂ ਸਾਰੇ ਮੇਰੇ ਹਿਸਾਬ ਨਾਲ ਜਿਹੜੇ ਇਹ ਜਿਹੇ ਸੁਸਾਇਟੀਆਂ ਜਾਂ ਸਿਟੀ ਦੇ ਵਿੱਚ ਰਹਿਣ ਨੇ, ਸਾਰੇ ਪੜ੍ਹੇ ਲਿਖੇ ਸਿਆਣੇ ਬੰਦੇ ਨੇ, ਤੁਸੀਂ ਇੰਨਾ ਸਮਾਂ ਗੈਪ ਕਿਵੇਂ ਕਰਤਾ? ਇਹ ਗੈਪ ਇਸ ਕਰਕੇ ਵੱਧ ਗਿਆ ਜੀ ਕਿਉਂਕਿ ਸਾਨੂੰ ਅਸ਼ੋਰੈਂਸ ਤੇ ਅਸ਼ੋਰੈਂਸ ਮਿਲਦੀ ਰਹੀ ਕਿ ਜੀ ਅਸੀਂ 6 ਮਹੀਨੇ ਤੁਸੀਂ ਰੁਕੋ, ਅਸੀਂ ਹੁਣ ਕਰਕੇ ਦੇਵਾਂਗੇ। ਉਹਦੇ ਵਿੱਚ ਉਸ ਪੀਰੀਅਡ ਦੇ ਵਿੱਚ ਇਹਨਾਂ ਨੇ
ਇੱਕ ਪਾਰਟ ਸਾਡਾ ਜ਼ਰੂਰ ਕਰ ਦਿੱਤਾ ਕਿ ਜਿਹੜੇ ਪਾਰਕ ਇਹਨਾਂ ਨੇ 2017 ਦੇ ਸਰਟੀਫਿਕੇਟ ਦੇ ਮੁਤਾਬਕ ਤਾਂ ਗਮਾਡਾ ਨੇ ਲਿਖਿਆ ਸੀ ਵੀ ਪੂਰੇ ਹੋ ਚੁੱਕੇ ਨੇ ਜੀ, ਲੇਕਿਨ ਉਹ ਹੁਣ ਪੂਰੇ ਕੀਤੇ ਨੇ ਇਹਨਾਂ ਨੇ। ਜਿਹੜੀਆਂ ਓਪਨ ਸਪੇਸਿਸ ਡਿਵੈਲਪਮੈਂਟ ਕਰਨ ਦਾ ਕੰਮ ਸੀਗਾ, ਇਹ ਮੇਰਾ ਡਾਇਰੈਕਟ ਚਾਰਜ ਹੈ ਗਮਾਡਾ ਦੇ ਆਫੀਸ਼ੀਅਲਸ ਦੇ ਉੱਪਰ। ਉਹਨਾਂ ਨੇ ਜ਼ਮੀਨੀ ਹਕੀਕਤ ਦੇਖੇ ਬਗੈਰ ਅੱਖਾਂ ਮੀਚ ਕੇ ਦਸਤਖਤ ਕੀਤੇ ਹੋਏ ਨੇ। ਓਪਨ ਸਪੇਸਿਸ ਜਿਹੜੀਆਂ ਡਿਵੈਲਪ ਹੋਣੀਆਂ ਚਾਹੀਦੀਆਂ ਸੀਗੀਆਂ ਉਹ ਹੁਣ ਕੀਤੀਆਂ ਨੇ, ਉਹਦੇ ਪ੍ਰੂਫ ਵੀ ਨੇ ਮੇਰੇ ਕੋਲ। ਅੱਖਾਂ ਮੀਚ ਕੇ ਸਾਈਨ ਕਰਨਾ ਜਾਂ ਹੋਰ ਕਰਨਾ, ਅੱਖਾਂ ਮਚਾਈਆਂ ਕੀ ਨਹੀਂ ਇਹਦੇ ਬਾਰੇ? ਇਹ ਬਿਲਡਰ ਨੇ ਮਚਾਈਆਂ ਜੀ। ਇਹ ਬੜਾ ਓਪਨ ਕੰਮ ਹੈ ਔਰ ਇਹ ਬੜਾ ਓਪਨ ਸਾਰੇ ਵੱਡੇ ਬਿਲਡਰ ਨੇ। ਵੱਡੇ ਬਿਲਡਰ ਦੇ ਕੋਲੇ ਆਮ ਆਦਮੀ ਦੀ ਕੋਈ ਅਪਰੋਚ ਨਹੀਂ, ਗਮਾਡਾ ਦੀ ਕੋਈ ਅਪਰੋਚ ਨਹੀਂ, ਕੋਈ ਉਹਦੀ ਸੁਣਵਾਈ ਨਹੀਂ ਕਰਦਾ ਜੀ। ਇਹੋ ਜਿਹੇ ਮਾਮਲੇ ਪਿਛਲੇ ਕਈ ਦਿਨਾਂ ਤੋਂ ਆ ਰਹੇ ਨੇ, ਜਿਵੇਂ ਤੁਸੀਂ ਮਨੀਸ਼ ਤਿਵਾੜੀ ਦਾ ਜ਼ਿਕਰ ਕੀਤਾ, ਉਹਨਾਂ ਦੇ ਕਹਿਣ ਤੇ ਯਾਨੀ ਕਿ ਕਾਫੀ ਬਿਲਡਰਾਂ ਦੇ ਮਾਮਲੇ ਵੀ ਦਰਜ ਹੋਏ ਨੇ। ਨਿਊ ਚੰਡੀਗੜ੍ਹ ਦਾ ਵੀ ਮਾਮਲਾ ਆਇਆ ਸੀਗਾ, ਉੱਥੇ ਵੀ ਉਹ ਅਦਾਲਤ 'ਚ ਜਾ ਕੇ ਕੁਝ ਚੱਲ ਰਹੇ ਨੇ। ਉੱਥੇ ਇੱਕ ਦੋ ਸ਼ੋਰ ਲਾਇਆ, ਤੁਸੀਂ ਤਾਂ ਗਮਾਡਾ ਤੇ ਰੁਕ ਗਏ। ਉਹ ਤਾਂ ਕਹਿੰਦੇ ਸੀਐਮ ਹਾਊਸ 'ਚੋਂ ਫੋਨ ਆ ਜਾਂਦਾ ਨਾਲ ਦੀ ਨਾਲ ਜੇ ਤੁਸੀਂ ਜਾ ਕੇ ਕੋਈ ਗੱਲ ਕਰਦੇ ਹੋ। ਜੇ ਅਸੀਂ ਇਹ ਚੀਜ਼ ਸਮਝਦੇ ਹਾਂ ਜਾਂ ਸਮਝ ਸਕਦੇ ਹਾਂ ਕਿ ਜੇ ਗਮਾਡਾ ਵਾਲਾ ਚੁੱਪ ਕਰ ਰਿਹਾ ਹੈ ਤਾਂ ਜਾਂ ਤਾਂ ਬਿਲਡਰ ਤੇ ਚੁੱਪ ਕਰਾਇਆ ਹੈ ਤੇ ਜਾਂ ਸਰਕਾਰ ਦਾ ਚੁੱਪ ਕਰਾਇਆ ਹੈ। ਬਿਲਡਰ ਤੇ ਸਰਕਾਰ ਮਿਲੇ ਹੋਏ ਆ, ਦੋਨੇ ਮਿਲੇ ਹੋਏ ਨੇ। ਜ਼ਿੰਮੇਵਾਰੀ ਨਾਲ ਕਹਿੰਦੇ ਹੋ? ਕਿਉਂਕਿ ਬਿਲਡਰ ਨੂੰ ਸਰਕਾਰ ਤੋਂ ਫਾਇਦਾ, ਸਰਕਾਰ ਨੂੰ ਬਿਲਡਰ ਤੋਂ। ਜ਼ਿੰਮੇਵਾਰੀ ਨਾਲ ਕਹਿੰਦੇ ਹੋ? ਸਰਕਮਸਟੈਂਸ਼ੀਅਲ ਐਵੀਡੈਂਸ ਹੀ ਨਹੀਂ, ਤੁਹਾਡੇ ਕੋਲ ਕਾਗਜ਼ ਪੱਤਰ ਕਾਗਜ਼ ਸਾਰੇ ਨੇ ਮੇਰੇ ਕੋਲੇ। ਮੈਂ ਹਰ ਚੀਜ਼ ਦਾ ਜੋ ਮੈਂ ਬੋਲਿਆ ਉਸ ਚੀਜ਼ ਦਾ ਪ੍ਰੂਫ ਦੇ ਸਕਦਾ, ਜ਼ਿੰਮੇਵਾਰੀ ਨਾਲ ਪ੍ਰੂਫ ਦੇ ਸਕਦਾ। ਵੈਸੇ ਹੀ ਤੁਸੀਂ ਇੱਕ ਸੁਸਾਇਟੀ ਨੂੰ ਰਨ ਕਰਦੇ ਹੋ, ਐਡੇ ਵੱਡੇ ਸਮੂਹ ਨੂੰ ਰਨ ਕਰਦੇ ਹੋ, ਜ਼ਿੰਮੇਵਾਰ ਤਾਂ ਤੁਸੀਂ ਹੈਗੇ ਹੋ। 100% ਜਿਹੜੀ ਮੈਂ ਗੱਲ ਕਹੀ ਹੈ ਮੈਂ ਟੈਕਨੀਕਲੀ ਵੀ ਪ੍ਰੂਵ ਕਰ ਸਕਦਾ ਔਰ ਕਾਗਜ਼ਾਂ 'ਚ ਵੀ ਪ੍ਰੂਵ ਕਰ ਸਕਦਾ। ਤੇ ਹੁਣ ਨੈਕਸਟ ਇਹ ਤੋਂ ਬਾਅਦ ਅਗਲਾ ਕਦਮ ਕੀ ਹੋਏਗਾ ਤੁਹਾਡਾ? ਅਗਲਾ ਕਦਮ ਅਸੀਂ ਸਥਾਨਕ ਮੰਤਰੀ ਜੀ ਨੂੰ ਮਿਲਾਂਗੇ ਜੀ, ਤੇ ਉਹਨਾਂ ਨਾਲ ਕੋਈ ਵਾਰਤਾਲਾਪ ਕਰਾਂਗੇ। 5 ਤਰੀਕ ਨੂੰ 110 ਸੈਕਟਰ ਦੇ ਵਿੱਚ ਸਾਡੀ ਸਾਰੀਆਂ ਐਸੋਸੀਏਸ਼ਨਸ ਨੇ ਇੱਕ ਧਰਨੇ ਦਾ, ਰੋਸ ਧਰਨੇ ਦਾ ਨੋਟਿਸ ਜਾਰੀ ਕੀਤਾ ਹੋਇਆ। ਉਸ ਦੇ ਵਿੱਚ ਇਕੱਠੇ ਹੋ ਕੇ ਅਸੀਂ ਅਗਲਾ ਕਦਮ ਤੁਸੀਂ ਸਥਾਨਕ ਮੰਤਰੀ ਸਾਹਿਬ ਦੀ ਗੱਲ ਕੀਤੀ ਹੈ ਜਾਂ ਮੰਤਰੀ ਸਰਕਾਰ ਨੂੰ ਮਿਲਣ ਦੀ ਗੱਲ ਕੀਤੀ ਹੈ? ਸਰਕਾਰ ਦਾ ਤਾਬਦਾਰ ਵਾਲਾ ਚੱਲੀ ਜਾਂਦਾ ਹੈ, ਉਹਨਾਂ ਦਾ ਕਲੀਅਰ ਨਹੀਂ ਹੋਇਆ। ਮੁੱਖ ਮੰਤਰੀ ਨੂੰ ਲਾਉਣ ਦੀਆਂ ਗੱਲਾਂ ਚੱਲੀ ਜਾਂਦੀਆਂ, ਤੁਸੀਂ ਮੰਤਰੀ ਨੂੰ ਮਿਲਣ ਦੀ ਗੱਲ ਕਰਦੇ। ਸਰ ਉਹ ਵੱਡੇ ਮਸਲੇ ਨੇ ਜੀ। ਅਸੀਂ ਛੋਟੇ ਗਰੀਬ ਆਦਮੀ ਹਾਂ, ਅਸੀਂ ਆਪਣੇ ਛੋਟੇ ਮਸਲਿਆਂ ਵਾਸਤੇ ਅਸੀਂ ਸਰਕਾਰ ਕੋਲੇ ਹੀ ਜਾ ਸਕਦੇ ਹਾਂ ਕਿਉਂਕਿ ਬਿਲਡਰ ਸਾਡੀ ਕੋਈ ਨਹੀਂ ਸੁਣਦਾ। ਸਰਕਾਰ ਜਾਣ ਵੀ ਵਾਲੀ ਹੈ, 4.5 ਸਾਲ ਹੋ ਗਏ। ਸਰ ਇਹ ਸਰਕਾਰ ਜਾਏਗੀ, ਅਗਲੀ ਆਏਗੀ। ਸਰ ਉਹ ਸਰਕਾਰ ਦਾ ਮਸਲਾ ਹੈ ਨਾ, ਉਹ ਸਰਕਾਰ ਹੀ ਨਿਪਟ ਲੈ ਤਾਂ ਇਹ ਸਰਕਾਰ ਜਾਏਗੀ, ਅਗਲੀ ਸਰਕਾਰ ਆਏਗੀ ਜਾਂ ਇਹੀ ਵਾਪਸ ਆਣਗੇ ਜਾਂ ਕੌਣ ਆਏਗਾ, ਸਾਡਾ ਮਸਲਾ ਤਾਂ ਨਹੀਂ। ਮੈਨੂੰ ਲੱਗਦਾ ਵੀ ਕਈ ਵਾਰੀ ਕੀ ਹੁੰਦਾ, ਕੋਡ ਆਫ ਕੰਡਕਟ ਵੀ ਲੱਗ ਜਾਣਾ, ਕਈ ਗੱਲਾਂ ਵੈਸੇ ਹੀ ਰੁਕ ਜਾਣੀਆਂ ਨੇ ਵੀ। ਇੱਕ ਤਾਂ ਉਹਨਾਂ ਦਾ ਆਸ ਵਿੱਚ ਰੌਲਾ ਜੀ, ਇੱਕ ਉਹ ਅਜੇ ਨਿਬੜਿਆ ਨਹੀਂ ਗਿਆ, ਮੇਰੇ ਹਿਸਾਬ ਨਾਲ ਰਾਵ ਸਾਹਿਬ ਲੱਗੇ ਹੋਏ ਨੇ ਜੀ, ਠੀਕ ਹੈ ਜੀ। ਜੀ, ਦੂਸਰਾ ਇਹ ਹੈ ਕਿ ਸਮਾਂ ਘੱਟ ਰਹਿ ਗਿਆ ਸਰਕਾਰ ਨਵੀਆਂ ਵੋਟਾਂ ਆਉਣ ਦਾ ਜੀ, ਠੀਕ ਹੈ ਜੀ। 3 ਸਾਲ 4 ਸਾਲਾਂ ਤੋਂ ਤੁਸੀਂ ਲੱਗੇ ਹੋਏ ਹੋ, ਹਾਂਜੀ, ਠੀਕ ਹੈ ਜੀ। ਫਿਰ ਤਾਂ ਸਰ ਜੇ ਸਾਡੇ ਕੋਲੇ ਕੋਈ ਹੋਰ ਅੱਗੇ ਨਹੀਂ ਪੈਂਦਾ ਲੱਗਦਾ। ਜੇ ਸਾਡੇ ਕੋਲੇ ਕੋਈ ਵੋਟ ਲੈਣਾ ਹੋਏਗਾ ਤਾਂ ਅਸੀਂ ਇਹ ਸਾਰੇ ਮਸਲੇ ਉਹਨਾਂ ਦੇ ਅੱਗੇ ਖੁੱਲੇ ਵਿਚਾਰਾਂ ਨਾਲ ਕਰਾਂਗੇ ਔਰ ਠੋਕ ਜਾ ਕੇ ਕਵਾਂਗੇ ਕਿ ਜੇ ਤੁਸੀਂ ਸਾਡੇ ਮਸਲੇ ਨਹੀਂ ਹੱਲ ਕਰ ਸਕਦੇ ਤਾਂ ਅਸੀਂ ਵੋਟ ਨਹੀਂ ਦੇਵਾਂਗੇ। ਇਹ ਬੜੀ ਜ਼ਿੰਮੇਵਾਰੀ ਨਾਲ ਕਹਿ ਰਹੇ ਹਾਂ ਔਰ ਸਾਰੀ ਐਸੋਸੀਏਸ਼ਨ ਦੇ ਬਿਹਾਫ ਤੇ ਕਹਿ ਰਹੇ ਹਾਂ। ਤੇ ਤੁਸੀਂ ਕਹਿ ਰਹੇ ਸੀ ਪਿਛਲੇ, ਜਦੋਂ ਆਪਣੀ ਹੁਣ ਪਿਛਲੇ ਸਵਾਲ ਤੇ ਕਹਿ ਰਹੇ ਸੀ ਅਦਾਲਤ ਜਾਣ ਬਾਰੇ ਕੀ ਸੋਚ ਰਹੇ? ਰੇਰਾ ਬਾਰੇ ਚਾਹਾਂਗੇ ਜੀ, ਕਿਉਂਕਿ ਅਦਾਲਤ ਦੇ ਵਿੱਚ ਜਾਣ ਤੋਂ ਪਹਿਲਾਂ ਸਾਨੂੰ ਰੇਰਾ ਦੇ ਵਿੱਚ ਐਕਸਪਲੋਰ ਕਰਨਾ ਜ਼ਰੂਰੀ ਹੈ ਜੀ। ਰੇਰਾ ਦਾ ਵਿੱਚ ਬੜੇ ਪ੍ਰਿੰਸੀਪਲੀ ਸੈਕਸ਼ਨਸ ਨੇ ਪਾਰਟਿਕੂਲਰਲੀ ਜਿਹਦੇ ਵਿੱਚ ਕਿ ਡੈਫਿਸਿਟ ਸਰਵਿਸਿਜ਼ ਦੇ ਨੂੰ ਲੈ ਕੇ ਬੜਾ ਲੀਗਲ ਕਾਰਵਾਈ ਕੀਤੀ ਜਾ ਸਕਦੀ ਹੈ। ਯਾਨੀ ਕਿ ਸਟੈਪ ਬਾਈ ਸਟੈਪ ਤੁਸੀਂ ਅਦਾਲਤ ਦੇ ਨੂੰ ਤੁਹਾਨੂੰ ਦਰਵਾਜ਼ਾ ਖੜਕਾਉਣਾ ਪੈ ਸਕਦਾ? ਪੈ ਰਿਹਾ ਜੀ, ਅਸੀਂ ਮਜਬੂਰ ਹਾਂ, ਮਜਬੂਰਨ ਜਾਣਾ ਪਏਗਾ। ਮਜਬੂਰ ਹੈ ਅਸੀਂ, ਕਿਉਂਕਿ ਸਾਡਾ ਬਿਲਡਰ ਇੰਨਾ ਕੈਰੋਗੈਂਟ ਹੈ। ਉਹ ਈਵਨ ਸਾਨੂੰ ਨਾ ਤਾਂ ਮੀਟਿੰਗ ਦਾ ਟਾਈਮ ਦਿੰਦਾ ਨਾ ਗੱਲ ਸੁਣਦਾ। ਉਹਨੇ ਅੱਗੇ ਅਫਸਰ ਚਮਚੇ ਇਹੋ ਜਿਹੇ ਰੱਖੇ ਹੋਏ ਨੇ, ਕੋਈ ਕਿਤੇ ਪੈਸੇ ਦੇ ਆਂਦਾ, ਕੋਈ ਕਿਤੇ ਕੁਝ ਕਰ ਆਂਦਾ, ਸਾਡੀ ਕੋਈ ਗੱਲ ਨਹੀਂ ਦੀ ਸੁਣਵਾਈ। ਬਰਦਾਸ਼ਤ ਤੋਂ ਬਾਹਰ ਹੋ ਗਿਆ ਸਾਰਾ। ਬਰਦਾਸ਼ਤ ਤੋਂ ਇੰਨਾ ਕੁ ਬਾਹਰ ਹੈ ਜੀ ਕਿ ਨਾ ਤਾਂ ਸਾਡੇ ਕੋਲੇ ਬਿਜਲੀ ਹੈ ਨਾ ਸਾਡੇ ਕੋਲੇ ਪਾਣੀ ਹੈ। ਪੈਸੇ ਤੁਸੀਂ ਫਿਰ ਵੀ ਪੇ ਕਰ ਰਹੇ? ਪੈਸੇ ਅਸੀਂ ਫਿਰ ਵੀ ਪੇ ਕਰ ਰਹੇ ਹਾਂ। ਔਰ ਬਿਲਡਰ ਦੀ ਇੱਕ ਹੋਰ ਦੇਖੋ, ਤੁਹਾਨੂੰ ਮੈਂ ਵਿਰਲ ਦੱਸਦਾ ਜੀ। ਉਹ ਹਰ ਰਜਿਸਟਰੀ ਦੇ ਵਿੱਚ ਜੀ ਜਿਹੜਾ ਪਰਚੇਜ਼ਰ ਹੈ ਜੀ ਉਹਦੇ ਤੋਂ 2.5 ਲੱਖ ਰੁਪਇਆ ਲੈ ਰਿਹਾ, ਜਿਹੜਾ ਕਿ ਕਿਸੇ ਕਾਨੂੰਨ 'ਚ ਨਹੀਂ ਹੈ। ਕਦੇ ਉਹ ਕਹਿੰਦਾ ਜੀ ਕੈਸ਼ ਦੇ ਦਿਓ, ਮੈਂ ਤੁਹਾਡਾ GST ਛੱਡ ਦਿਆਂਗਾ। ਕਦੇ ਉਹ ਕਹਿੰਦਾ ਜੀ ਜੇ ਚੈੱਕ ਦੇਣਾ ਤਾਂ ਤੁਹਾਡੇ ਤੋਂ GST ਵੀ ਲਵਾਂਗਾ। ਤੇ ਫਿਰ ਵੀ ਕਿਤੇ ਨਾ ਕਿਤੇ ਤੁਹਾਡਾ ਸਿੱਧੇ ਰੂਪ ਤੇ ਜਾਨੀ ਪ੍ਰਸ਼ਾਸਨ ਮਿਲਿਆ ਹੋਇਆ, ਰਜਿਸਟਰੀ ਵੀ ਕਿਸੇ ਹਿਸਾਬ ਨਾਲ ਹੀ ਹੁੰਦੀ ਹੈ। ਐਗਜ਼ੈਕਟਲੀ ਇਹੀ ਚੀਜ਼ ਹੈ। ਫਿਰ ਦੇਖੋ ਸਰ, ਬਿਲਡਰ ਨੇ ਇੱਕ ਹੋਰ ਜਿਹੜੀ ਚੀਜ਼ ਉਹਦੀ ਸਭ ਤੋਂ ਵੱਡੀ ਗਲਤ ਹੈ, ਉਹਨੇ ਕਲੱਬ ਦੇ ਹਰੇਕ ਬੰਦੇ ਤੋਂ, ਹਰੇਕ ਫਲੋਰ ਵਾਲੇ ਤੋਂ 50-50 ਹਜ਼ਾਰ ਰੁਪਇਆ ਲਿਆ ਹੋਇਆ ਜੀ। ਉਸ ਤੋਂ ਬਾਅਦ ਹੁਣ ਉਹ ਕਹਿੰਦਾ ਜੀ ਮੈਨੂੰ ਐਨੂਅਲ ਚਾਰजेस ਵੀ ਚਾਹੀਦੇ, ਸਾਨੂੰ 8000 ਰੁਪਏ ਐਨੂਅਲ ਚਾਰजेस ਮੰਗਦਾ ਉਹ। ਜੇ ਉੱਥੇ ਜਿਹੜੀਆਂ ਫੈਸਿਲਿਟੀਜ਼ ਬਣੀਆਂ ਹੋਈਆਂ ਨੇ, ਉਹ ਬਣੀਆਂ ਤਾਂ ਰੈਜ਼ੀਡੈਂਟ ਦੇ ਪੈਸੇ ਨਾਲ ਨੇ,
ਲੋਕਾਂ ਨੇ ਜਿਨ੍ਹਾਂ ਨੇ 50-50 ਹਜ਼ਾਰ ਰੁਪਇਆ ਕੰਟਰੀਬਿਊਟ ਕੀਤਾ ਹੈ, ਤੁਹਾਨੂੰ ਮੈਂ ਫਿਗਰ ਦੱਸੀ ਹੈ 2,500 ਤੋਂ ਉੱਪਰ ਫਿਗਰ ਹੈਗੀ ਹੈ, ਉਹ ਉਹਨਾਂ ਦੇ ਪੈਸਿਆਂ ਤੋਂ ਉਹ ਕਲੱਬ ਬਣਿਆ ਹੋਇਆ ਹੈ। ਉਹ ਪੈਸਿਆਂ ਤੋਂ ਕਲੱਬ ਬਣਾ ਕੇ ਵੀ ਉਹ ਸਾਡੇ ਤੋਂ ਪੈਸੇ ਮੰਗਦਾ ਹੈ ਕਿ ਵੀ ਹਰ ਸਾਲ ਦੇ 8,000 ਰੁਪਇਆ ਸਾਨੂੰ ਦਿਓ। ਚਲੋ ਤੁਹਾਡੀਆਂ ਸਾਰੀਆਂ ਗੱਲਾਂ ਇਹ ਤਸਦੀਕ ਕਰਦੀਆਂ ਨੇ ਕਿ ਬਿਲਡਰ ਜੀ ਨੂੰ ਇੰਨੀ ਸਰਕਾਰ ਦੀ ਪ੍ਰਸ਼ਾਸਨ ਦੀ ਸ਼ਹਿ ਹੈ ਜਾਂ ਛਤਰੀ ਹੈ ਕਿ ਉਹ ਕਦਮ ਦਰ ਕਦਮ ਕੋਈ ਮੌਕਾ ਨਹੀਂ ਛੱਡ ਰਿਹਾ ਕਿ ਯਾਨੀ ਮਜਬੂਰਨ ਬਸ ਉਸ ਤੋਂ ਪੈਸੇ ਲੈ ਰਿਹਾ, ਤੁਹਾਨੂੰ ਮਜਬੂਰੀ 'ਚ ਦੇਣੀ ਪੈ ਰਿਹਾ। ਉਹ ਸਾਨੂੰ ਇੱਕੋ ਹੀ ਚੀਜ਼ ਦਿਖਾਉਂਦਾ ਜੀ, ਸਾਡਾ ਐਗਰੀਮੈਂਟ ਹੈ। ਜੇ ਅਸੀਂ ਐਗਰੀਮੈਂਟ ਦੀ ਗੱਲ ਕਿਸੇ ਕੋਲੇ ਜਾ ਕੇ ਕਹਿੰਦੇ ਆ ਜੀ ਤਾਂ ਕੋਈ ਸੁਣਵਾਈ ਨਹੀਂ ਹੈ ਸਾਡੀ। ਇੱਕ Agreement ਤਰਫਾ ਕਿਸ ਨਾਲ? ਐਗਰੀਮੈਂਟ ਕਰਤਾ ਹੋਇਆ ਉਹਨੇ, ਇੱਕ ਤਰਫਾ ਐਗਰੀਮੈਂਟ ਦੇ ਵਿੱਚ 36 ਤਰ੍ਹਾਂ ਦੇ ਲੂਪ ਹੋਲ ਉਹਨੇ ਰੱਖੇ ਹੋਏ ਨੇ ਜੀ। ਉਹ ਤੁਹਾਡੇ ਨਾਲ ਹੋਇਆ? ਸਾਰੇ ਰਿਹਾਇਸ਼ੀ ਬੰਦਿਆਂ ਨਾਲ ਹੁੰਦਾ ਐਗਰੀਮੈਂਟ ਅੱਗੇ ਕਰ ਦਿੰਦਾ ਹਾਂਜੀ, ਤੇ ਬਾਕੀ ਗੱਲਾਂ ਪਾਸੇ ਹੋ ਜਾਂਦੀਆਂ। ਬਾਕੀ ਗੱਲਾਂ ਪਾ ਅਸੀਂ ਉਹਨੂੰ ਕਹਿੰਦੇ ਵੀ ਐਗਰੀਮੈਂਟ ਦੇ ਵਿੱਚ ਇਹ ਫੈਸਿਲਿਟੀਜ਼ ਪ੍ਰੋਵਾਈਡ ਕਰਨਾ ਵੀ ਤੇਰੀ ਜ਼ਿੰਮੇਵਾਰੀ ਹੈ। ਜਦੋਂ ਅਸੀਂ ਇਸ ਫੈਸਿਲਿਟੀਜ਼ ਦੀ ਪ੍ਰੋਵੀਜ਼ਨ ਦੇ ਉੱਪਰ ਆਨੇ ਆ ਤਾਂ ਫਿਰ ਉਹ ਮੀਟਿੰਗ ਤੋਂ ਸਾਨੂੰ ਬਾਹਰ ਕੱਢ ਦਿੰਦਾ। ਚਲੋ ਯਾਨੀ ਕਿ ਤੁਸੀਂ ਹੁਣ ਹੱਥ ਤੋਂ ਬਾਹਰ ਹੋ ਗਿਆ, ਤੁਸੀਂ ਰੇਰਾ ਕੋਲੇ ਜਾਓਗੇ, ਉਸ ਤੋਂ ਬਾਅਦ ਤੁਸੀਂ ਹੋ ਸਕਦਾ ਅਦਾਲਤ ਤੁਹਾਨੂੰ ਜਾਣਾ ਪਵੇ, ਮਜਬੂਰ ਤੁਸੀਂ ਕਰ। ਅਸੀਂ ਇਸ ਟਾਈਮ ਸਾਡੇ ਬੱਸੋਂ ਬਾਹਰ ਹੈ ਜੀ, ਪਾਣੀ ਸਿਰ ਤੋਂ ਉੱਪਰ ਚੜ ਚੁੱਕਿਆ ਸਰ, ਹੁਣੇ ਬਰਦਾਸ਼ਤ ਤੋਂ ਬਾਹਰ ਹੋ ਗਿਆ ਹੈ। ਹੁਣ ਤੁਸੀਂ ਅਗਲਾ ਅਦਾਲਤ ਜਿਹੜੀ ਕੋਈ ਭਰੋਸਾ ਬਚਦਾ ਹੈ ਫਿਰ? ਲਾ ਆਫ ਦੀ ਲੈਂਡ ਦੇ ਵਿੱਚ ਜਿਹੜਾ ਨੈਕਸਟ ਕੋਰਸ ਆਫ ਐਕਸ਼ਨ ਹੈ ਸਰ, ਜੋ ਪਰਮਿਟ ਕਰਦਾ ਸਾਨੂੰ ਲਾ, ਉਹਨੂੰ ਅਸੀਂ ਟਟੋਲਣ ਦੀ 100% ਕੋਸ਼ਿਸ਼ ਕਰਾਂਗੇ। ਚਲੋ ਮੈਂ ਲਾਸਟ ਕੁਐਸਚਨ ਦੇ ਵਿੱਚ ਤੁਸੀਂ ਕਹਿਣਾ, ਜ਼ਿੰਮੇਵਾਰੀ ਨਾਲ ਤੁਸੀਂ ਕਹਿ ਰਹੇ ਹੋ ਕਿ ਅਫਸਰ ਬਿਲਡਰ ਕੰਪਨੀ ਨਾਲ ਮਿਲੇ ਹੋਏ ਆ? ਬਿਲਕੁਲ ਜੀ। ਸਰ ਇਹਦਾ ਆਈਡੀਆ ਤਾਂ ਤੁਸੀਂ ਵੀ ਲਗਾ ਸਕਦੇ ਹੋ। ਤੁਸੀਂ ਨਹੀਂ, ਆਈਡੀਆ ਅਸੀਂ ਥੋੜੀ ਲਾਉਣਾ, ਤੁਸੀਂ ਦੱਸਣਾ। ਸਰ ਇਹ ਦਿਖ ਹੀ ਰਿਹਾ ਨਾ, ਮਿਲੇ ਹੋਏ ਆ ਨਾਲ। ਨਹੀਂ, ਦਿਖਣਾ ਵੱਖਰੀ ਗੱਲ ਹੈ ਜੀ, ਇਹ ਪੋਲੀਟੀਕਲ ਉਹ ਨਹੀਂ ਗਾ। ਇਹ ਤੁਸੀਂ ਸਿੱਧਾ ਦੱਸੋ ਖਾਜਦਾਰ ਤੇ ਵੀ ਤੁਸੀਂ ਦੋਸ਼ ਲਾਉਣੇ ਹੋ ਜਾਂ ਨਹੀਂ ਲਾਉਣੇ, ਬਸ। ਮੈਂ 100% ਦੋਸ਼ ਲਾਣਾ ਜੀ। ਜਿਹੜਾ ਪਾਰਸ਼ੀਅਲ ਸਰਟੀਫਿਕੇਟ ਇਸ਼ੂ ਕੀਤਾ ਗਿਆ ਹੈ ਜੀ, ਜੋ ਆਕੂਪੇਸ਼ਨ ਦਾ ਸਰਟੀਫਿਕੇਟ ਇਸ਼ੂ ਹੋਇਆ ਹੈ ਜੀ, ਉਹ ਤੱਥਾਂ ਦੇ ਆਧਾਰ ਤੇ ਨਹੀਂ ਹੋਇਆ ਜੀ, ਗਰਾਊਂਡ ਰਿਐਲਿਟੀਜ਼ ਨੂੰ ਦੇਖੇ ਬਗੈਰ ਅੱਖਾਂ ਬੰਦ ਕਰਕੇ ਸਾਈਨ ਹੋਇਆ ਹੋਇਆ ਜੀ। ਇਸ ਕਾਰਨ ਤੋਂ ਇਹ ਸਮਝ ਆ ਰਿਹਾ ਹੈ ਜੀ ਕਿ ਇਹ ਸਾਰੀ ਚੀਜ਼ ਬਿਲਡਰ ਔਰ ਐਡਮਿਨਿਸਟ੍ਰੇਸ਼ਨ ਦੀ ਕਰਪਸ਼ਨ ਦਾ ਨੈਕਸਸ ਹੈ। ਯਾਨੀ ਭ੍ਰਿਸ਼ਟਾਚਾਰ ਬਹੁਤ ਵੱਡਾ ਹੈ ਜੀ, ਤੇ ਤੁਸੀਂ ਇਹਦੇ ਅਗੇਂਸਟ ਜਾਓਗੇ? 100% ਜਾਵਾਂਗੇ ਜੀ। ਹੁਣ ਕਿਉਂਕਿ ਅਸੀਂ ਆਪਣੇ ਖੂਨ ਪਸੀਨੇ ਦੀ ਗਾੜੀ ਕਮਾਈ ਨਾਲ ਮਕਾਨ ਬਣਾਏ ਨੇ ਜੀ। ਜੋ ਮੁੱਢਲੀਆਂ ਸੇਵਾਵਾਂ ਉਹਨੇ ਐਗਰੀਮੈਂਟ ਦੇ ਵਿੱਚ ਦੇਣੀਆਂ ਸੀ ਜੀ, ਜਾਂ ਜੋ ਦੇਣੀਆਂ ਬਣਦੀਆਂ ਸਰਕਾਰ ਦੇ ਰੂਲ ਨੇ ਜੀ, ਉਹ ਜੇ ਉਹ ਨਹੀਂ ਦੇ ਰਿਹਾ ਤਾਂ ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ। ਸਰਕਾਰ ਤੇ ਪ੍ਰਸ਼ਾਸਨ ਨੂੰ ਯਕੀਨੀ ਬਣਾਉਣ ਚ ਕਿਤੇ ਨਾ ਕਿਤੇ ਫੇਲ ਨਜ਼ਰ ਆ ਰਿਹਾ, ਮਿਲਿਆ ਨਜ਼ਰ ਆ ਰਿਹਾ। ਜਿਹੜਾ ਤੁਸੀਂ ਦੱਸ ਰਹੇ ਹੋ ਇੰਨੀਆਂ ਹਦਾਇਤਾਂ ਤੇ ਫਿਰ ਵੀ ਆਕੂਪੇਸ਼ਨ ਸਰਟੀਫਿਕੇਟ ਦੇਤਾ। ਇਹ ਮਿਲੇ ਹੋਣ ਦਾ ਪਾਰਸ਼ਲ ਸਰਟੀਫਿਕੇਟ ਅੱਖਾਂ ਬੰਦ ਕਰਕੇ ਦੇਣਾ ਇਟਸੈਲਫ ਦੱਸਦਾ ਹੈ ਕਿ ਉਹ ਮਿਲਿਆ ਹੋਇਆ ਹੈ। ਪ੍ਰਸ਼ਾਸਨ ਮਿਲਿਆ ਹੋਇਆ। ਪ੍ਰਸ਼ਾਸਨ ਔਰ ਬਿਲਡਰ ਦੋਨੋਂ ਇੱਕੋ ਹੀ ਨੇ। ਪ੍ਰਸ਼ਾਸਨ ਜੀ। ਕਮਾਂਡਾ ਇਹ ਸਨ ਸ਼੍ਰੀ ਪਵਨ ਗੁਪਤਾ ਜੀ ਤੇ ਸ਼ੁਮਿਸ਼ਾ ਸੂਦ ਜੀ, ਜਿਨ੍ਹਾਂ ਨੇ ਸਿੱਧੇ ਤੌਰ ਤੇ ਪ੍ਰਸ਼ਾਸਨ ਤੇ ਪ੍ਰਸ਼ਾਸਨ ਨੂੰ ਰੈਗੂਲੇਟ ਕਰਨ ਵਾਲੇ ਅਧਿਕਾਰੀਆਂ ਤੇ ਅਧਿਕਾਰੀਆਂ ਨੂੰ ਰੈਗੂਲੇਟ ਕਰਨ ਵਾਲੇ ਸਰਕਾਰ ਦੇ ਨੁਮਾਇੰਦਿਆਂ ਤੇ ਸਿੱਧੇ ਦੋਸ਼ ਲਾਏ ਨੇ ਕਿ ਜਿਹੜਾ ਆਕੂਪੇਸ਼ਨ ਸਰਟੀਫਿਕੇਟ ਦੇਣ ਦੇ ਵਿੱਚ ਇਹ ਤਸਦੀਕ ਕਰਦਾ ਹੈ ਕਿ ਪ੍ਰਸ਼ਾਸਨ ਦੀ ਸੰਬੰਧਿਤ ਵਿਭਾਗ ਬਿਲਡਰ ਕੰਪਨੀ ਨਾਲ ਮਿਲੇ ਹੋਏ ਨੇ ਤੇ ਰਿਹਾਇਸ਼ੀ ਉਸ ਮਾਹੌਲ ਦੇ ਉਸ ਸਥਿਤੀ 'ਚ ਹੈਗੇ ਨੇ ਕਿ ਉਹਨਾਂ ਨੂੰ ਮਜਬੂਰਨ ਉਹਨਾਂ ਦੀਆਂ ਜ਼ਿਆਦਤੀਆਂ ਨੂੰ ਸਹਿਣਾ ਪੈ ਰਿਹਾ ਹੈ। ਉਹ ਜੋ ਵੀ ਇਸ ਭ੍ਰਿਸ਼ਟਾਚਾਰ ਦੇ ਇਸ ਮਿਲੀਭੁਗਤ ਦੇ ਸਾਹਮਣੇ ਖਿਲਾਫ ਜਾ ਕੇ ਕਾਰਵਾਈਆਂ ਕਰ ਸਕਦੇ, ਚਾਹੇ ਲਿਖਤੀ ਰੂਪ ਤੇ ਸੀਗਾ ਚਾਹੇ ਹੋਰ ਰੂਪ ਦੇ ਵਿੱਚ ਸੀ, ਉਹ ਸਾਰੀਆਂ ਪੂਰੀਆਂ ਕਰ ਚੁੱਕੇ ਨੇ। ਹੁਣ ਲਾਸਟ ਇੱਕ ਉਹਨਾਂ ਦਾ ਵਿਭਾਗ ਰਹਿ ਗਿਆ ਰੇਰਾ ਦੇ ਕੋਲ ਜਾ ਕੇ ਉਹਨਾਂ ਨੇ ਫਿਰ ਆਪਦੀ ਪ੍ਰੈਜੈਂਟੇਸ਼ਨ ਦੇਣੀ ਹੈ ਵੀ ਉਹਨਾਂ ਦੇ ਕੀ ਹੋ ਰਿਹਾ ਹੈ ਤੇ ਉਸ ਤੋਂ ਬਾਅਦ ਇੱਕ ਚੀਜ਼ ਰਹਿ ਜਾਂਦੀ ਹੈ ਅਦਾਲਤ ਦਾ ਦਰਵਾਜ਼ਾ, ਤੇ ਉਹ ਸਾਰੀਆਂ ਜਿਹੜੀਆਂ ਕਾਰਵਾਈਆਂ ਕਰਨ ਲਈ ਮਜਬੂਰ ਨੇ। ਦੇਖਣਾ ਇਹ ਹੈ ਕਿ ਉਹਨਾਂ ਨੂੰ ਇਸ ਕਾਰਵਾਈਆਂ ਕਰਨ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਪੱਤਰਚਾਰ ਕੀਤਾ ਹੋਇਆ ਅਧਿਕਾਰੀਆਂ ਨੂੰ ਮਿਲੇ ਹੋਏ ਨੇ, ADC ਸਾਹਿਬ ਨੂੰ ਵੀ ਪਿਛਲੇ ਦਿਨ ਹੀ ਮਿਲੇ ਨੇ, ਤੇ ਕਾਰਪੋਰੇਸ਼ਨ ਤਾਂ ਇਸ ਕਰਕੇ ਨਿਕਲ ਗਈ ਕਿ ਜਿੰਨਾ ਚਿਰ ਕੰਪਲੀਸ਼ਨ ਸਰਟੀਫਿਕੇਟ ਮਿਲੇਗਾ ਉਸ ਤੋਂ ਬਾਅਦ ਉਹਨਾਂ ਦੇ ਅਧਿਕਾਰ ਖੇਤਰ ਆਊਗਾ। ਯਾਨੀ ਕਿ ਕੁਝ ਬਿਰਲਾ ਅਧਿਕਾਰੀ ਤੇ ਬਿਲਡਰ ਨੇ ਮਿਲ ਕੇ ਐਸੀਆਂ ਰੱਖੀਆਂ ਹੋਈਆਂ ਨੇ, ਚਾਹੇ ਇਹਨਾਂ ਦਾ ਇਕਰਾਰਨਾਮਾ ਹੈ, ਤੇ ਉਸ ਕਰਕੇ ਉਹ ਚੋਰ ਮੋਰੀਆਂ ਰਾਹੀਂ ਨਿਕਲ ਰਹੇ ਨੇ ਤੇ ਇਹ ਦਿਨ ਬ ਦਿਨ ਜਿਹੜੀਆਂ ਮੁੱਢਲੀਆਂ ਲੋੜਾਂ ਨੇ, ਸੇਵਾਵਾਂ ਜਿਹੜੀਆਂ ਦੇਣੀਆਂ ਬਿਲਡਰ ਦੀਆਂ ਬਣਦੀਆਂ ਨੇ, ਉਹਨਾਂ ਨੂੰ ਲੈ ਕੇ ਦਿਨੋਂ ਦਿਨ ਹਰਾਸ਼ ਹੋ ਰਹੇ ਨੇ। ਪਰ ਮਜਬੂਰੀ ਬਸ
ਸਿਰਫ ਪੱਤਰਚਾਰ ਕਰਨ ਵਾਸਤੇ, ਅਰਜ਼ੋਈਆਂ ਕਰਨ ਵਾਸਤੇ ਆਪਦੇ ਆਪ ਨੂੰ ਕਰ ਰਹੇ ਨੇ, ਪਰ ਕਿਸੇ ਨਤੀਜੇ ਤੇ ਗੱਲ ਨਹੀਂ ਪਹੁੰਚ ਰਹੀ। ਅਸੀਂ ਯਹੀਆਂ ਚਰਚਾਵਾਂ ਦਰਸ਼ਕਾਂ ਸਾਹਮਣੇ ਕਰਦੇ ਰਹੇ ਨੇ ਤਾਂ ਜੋ ਉਹ ਜਾਗਰੂਕ ਰਹਿਣ ਵੀ ਜਿਹੜੇ ਰਿਹਾਇਸ਼ਾਂ ਸੰਬੰਧੀ ਜੋ ਵੀ ਨੈਕਸਸ ਚੱਲ ਰਿਹਾ ਪ੍ਰਸ਼ਾਸਨ ਦਾ ਤੇ ਜੋ ਸੰਬੰਧਿਤ ਅਧਿਕਾਰੀਆਂ ਦਾ, ਉਸ ਪ੍ਰਤੀ ਜਾਗਰੂਕ ਹੋ ਕੇ ਆਪਦੀਆਂ ਸਾਰੀਆਂ ਗੱਲਾਂ ਕਰਨ। ਜੇ ਸਾਡੀਆਂ ਅਜਿਹੀਆਂ ਚਰਚਾਵਾਂ ਦਰਸ਼ਕਾਂ ਨੂੰ ਠੀਕ ਵਧੀਆ ਲੱਗਦੀਆਂ ਨੇ ਤਾਂ ਸਾਡੇ ਪ੍ਰੋਗਰਾਮ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦੇਣ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਅਜਿਹੀਆਂ ਸੂਚਨਾਵਾਂ ਨੂੰ ਪਹਿਲ ਦੇ ਆਧਾਰ ਤੇ ਮਿਲਦੇ ਰਹਿਣ ਤੇ ਲਗਾਤਾਰ ਵੇਖਦੇ ਰਹਿਣ ਸਕਾਈ ਨਿਊਜ਼ ਪੰਜਾਬ।